ਦਬਕਾ ਚੱਕ ਮੁੰਡਿਆ ਬੇਬੇ ਦਾ ਦਬਕਾ ਚੱਕ ਮੁੰਡਿਆ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ। ਲੋ ਜੀ ਅਸੀਂ ਪਹੁੰਚ ਗਏ ਆ ਜ਼ੀਰਕਪੁਰ ਲੇਟ ਹੋ ਗਏ ਥੋੜਾ ਜਿਹਾ ਸੁਖਮਨੀ ਥ੍ਰੈਡਸ ਜ਼ੀਰਕਪੁਰ। ਸਤਿ ਸ਼੍ਰੀ ਅਕਾਲ। ਬੀਬੀਆਂ ਨੇ ਸੁਖਮਨੀ ਥ੍ਰੈਡਸ ਤੇ ਇਹਨਾਂ ਨੇ ਸਾਨੂੰ ਬੁਲਾਇਆ ਤੇ ਅਸੀਂ ਚਾਹ ਪਾਣੀ ਪੀਵਾਂਗੇ ਤੇ ਥੋੜਾ ਜਿਹਾ ਨੱਚਾ ਟੱਪਾਂਗੇ ਇੰਜੋਏ ਕਰਾਂਗੇ ਤੇ ਬਾਕੀ ਦੇਖਦੇ ਹਾਂ ਅੰਦਰ ਚੱਲ ਕੇ ਥੈਂਕਸ ਕਿ ਸਾਨੂੰ ਇਹਨਾਂ ਨੇ ਇਨਵਾਈਟ ਕੀਤਾ। ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਨਾਨੀ ਜੀ ਨੇ ਇਹਨਾਂ ਬੇਟੀਆਂ ਦੇ ਜਿਨ੍ਹਾਂ ਨੇ ਸੁਖਮਨੀ ਥ੍ਰੈਡਸ ਦਾ ਬੁਟੀਕ ਹੈ ਇਹਨਾਂ ਦਾ ਬਹੁਤ ਵਧੀਆ। ਤੁਹਾਨੂੰ ਦਿਖਾਵਾਂਗੇ ਦੁਪੱਟੇ ਸੂਟ ਇੱਕ ਇੱਕ ਚੀਜ਼ ਦਿਖਾਵਾਂਗੇ ਇੱਕ ਇੱਕ ਦੁਪੱਟਾ ਦਿਖਾਵਾਂਗੇ ਉਹ ਇੱਕੋ ਵਾਰੀ ਚ ਨਹੀਂ ਦਿਖਾਵਾਂਗੇ ਠੀਕ ਹੈ ਜੀ। ਤੇ ਅਸੀਂ ਕੇਕ ਕੱਟ ਰਹੇ ਹਾਂ ਸੁਖਮਨੀ ਥ੍ਰੈਡਸ ਦਾ। ਮੇਰੇ ਆਊਟ ਕਲੈਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਦੁਆਵਾਂ ਇਹਨਾਂ ਬੀਬੀਆਂ ਨੂੰ, ਸਾਡਾ ਪਿਆਰ ਇਹਨਾਂ ਭੈਣਾਂ ਨੂੰ ਤੇ ਸੁਖਮਨੀ ਥ੍ਰੈਡਸ ਲਈ ਸਾਡਾ ਸਤਿਕਾਰ ਤੇ ਵਾਹਿਗੁਰੂ ਕਰੇ ਇਹ ਕਰਦੀਆਂ ਰਹਿਣ ਚਮਤਕਾਰ ਹੈ ਨਾ। ਇਹ ਮੇਰੀ ਵੱਡੀ ਭੈਣ ਹੈ। ਭੈਣ ਬਾਅਦ ਚੋਂ ਇਹਨਾਂ ਦੀ ਮੈਂ ਥੋੜੀ ਜਿਹੀ ਦੱਸਦਾ ਇੰਟਰੋਡਕਸ਼ਨ ਕਿਉਂਕਿ ਜਿਵੇਂ ਕਹਿੰਦੇ ਨੇ ਵੀ ਜਦੋਂ ਆਪਣੇ ਏਰੀਏ ਦਾ ਕਿਤੇ ਬੰਦਾ ਲੱਭ ਜਾਂਦਾ ਤਾਂ ਸਾਨੂੰ ਨਾ ਖੁਸ਼ਬੂ ਆ ਜਾਂਦੀ ਹੈ। ਇਹਨਾਂ ਨੇ ਮੈਨੂੰ YouTube ਤੇ ਦੇਖ ਕੇ ਜਦੋਂ ਮੇਰਾ ਏਰੀਆ ਪੁੱਛਿਆ ਕਰਦੇ ਇਹਨਾਂ ਨੇ ਇਹੋ ਜਿਹੀਆਂ ਜੜਾਂ ਲੱਭੀਆਂ ਕਿ ਮੇਰੇ ਗੁਆਂਢੀ ਪਿੰਡ ਦੇ ਵਿੱਚ ਚਲੇ ਗਏ ਤੇ ਇਸ ਕਰਕੇ ਹੁਣ ਮੇਰੀ ਵੱਡੀ ਭੈਣ ਹੈ ਮੈਨੂੰ ਭਰਾ ਕਹਿੰਦੇ ਨੇ। ਇਸ ਵਕਤ ਅਸੀਂ ਭੈਣ ਹੈ। ਇਹ ਵੱਡੀਆਂ ਭੈਣਾਂ ਮਾਵਾਂ ਬੀਬੀਆਂ ਵੱਡੀਆਂ ਸਦਾ ਜ਼ਿੰਦਾਬਾਦ ਰਹਿਣ। ਇਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਅੱਗੇ ਚੱਲਦੇ ਆਂ। ਇਹਨਾਂ ਦੀਆਂ ਦੁਆਵਾਂ ਨਾਲ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਨਸਲਾਂ ਚੱਲਦੀਆਂ ਨੇ ਤੇ ਇਨਸ਼ਾਅੱਲਾ ਇਹ ਭੈਣਾਂ ਦਾ ਹੱਥ ਇਹਨਾਂ ਬੀਬੀਆਂ ਦਾ ਵੱਡੀਆਂ ਦਾ ਹੱਥ ਹਮੇਸ਼ਾ ਸਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਰਵੇ। ਤੇ ਇਹ ਬੀਬੀਆਂ ਛੋਟੀਆਂ ਦੀ ਮੰਮੀ ਤਾਂ ਲੁਕੀ ਖੜੀ ਹੈ ਦੱਸ। ਉਹ ਜਦੋਂ ਪਹਿਲੇ ਦਿਨ ਅਸੀਂ ਆਏ ਉਦੋਂ ਵੀ ਇਹ ਭੈਣ ਤਾਂ ਸਾਡੀ ਪੂਰੀ ਗੜਕ ਕੇ ਬੋਲਦੀ ਹੈ। ਮੈਂ ਕਿਹਾ ਵੀ ਉਹ ਪਿੰਡ ਵਾਲਾ ਗੜਕਾ ਤੁਹਾਡੇ ਤੇ ਕਰਦੇ ਨਹੀਂ। ਕਿਤੇ ਮੇਰੀ ਲਾਲ ਸੂਟ ਤਾਂ ਮੇਰੀ ਰੂਹ ਖਿੜ ਜਾਂਦੀ ਹੈ ਔਰ ਪੀਲਾ ਸੂਟ ਸਪੈਸ਼ਲੀ ਪਾ ਕੇ ਆਂਦਾ ਕਿਉਂਕਿ ਮੈਨੂੰ ਬਹੁਤ ਫਰਮਾਇਸ਼ ਆਉਂਦੀ ਹੈ ਕਿ ਪੀਲੇ ਸੂਟ 'ਚ ਪਤਾ ਨਹੀਂ ਮੈਨੂੰ ਤਾਂ ਨਹੀਂ ਪਤਾ ਕਿ ਮੇਰਾ ਰੂਪ ਜ਼ਿਆਦਾ ਉੱਠਦਾ ਕਿ ਨਹੀਂ ਉੱਠਦਾ। ਅੱਜ ਤਾਂ ਮੇਕਅਪ ਵੀ ਕਾਲੀ ਕੀਤਾ ਹੋਇਆ ਹੈ ਨਾ। ਜਿਉਂਦੇ ਰਹੋ ਬੱਚਾ ਜਿਹਨੇ ਵੀ ਬਣਾਇਆ ਭਾਈ ਤੁਸੀਂ ਖੁਸ਼ ਰਹੋ ਹਮੇਸ਼ਾ। ਤੇ ਲਾਲ ਸੂਹੇ ਜੋੜੇ ਲਾਲ ਸੂਹੇ ਦੁਪੱਟੇ ਪਰ ਤੁਸੀਂ ਲਾਲ ਸੂਹੇ ਚੂੜਾ ਵੀ ਛੇਤੀ ਪਾਓ ਸਿੱਧਾ ਪਾਈਏ। ਸੁਹਾਏ ਦੁਪੱਟਾ ਕੁੜੀਓ ਸੁਹਾਏ ਦੁਪੱਟਾ ਕੁੜੀਓ ਸੁਹਾਏ ਦੁਪੱਟਾ ਕੁੜੀਓ ਮੈਨੂੰ ਸੁਖਮਨੀ ਥ੍ਰੈਡਸ ਨੇ ਦਿੱਤਾ ਏ। ਸੁਹਾਏ ਦੁਪੱਟਾ ਕੁੜੀਓ ਮੈਨੂੰ ਸੁਖਮਨੀ ਥ੍ਰੈਡਸ ਨੇ ਦਿੱਤਾ ਏ। ਸੁਹਾਏ ਦੁਪੱਟਾ ਕੁੜੀਓ ਮੈਨੂੰ ਸੁਖਮਨੀ ਥ੍ਰੈਡਸ ਨੇ ਦਿੱਤਾ
ਨੱਚੀਏ ਭੈਣਾ ਭੈਣਾ ਨੱਚੀਏ ਮਾਮਾ ਧੀਆਂ ਨੱਚੀਏ ਮਾਮਾ ਧੀਆਂ ਨੱਚੀਏ ਆਰੀ ਸੜਕੀਏ 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 ਮਾਮਾ ਧੀਆਂ ਨੱਚੀਏ ਇਹਨੂੰ ਸੇ ਤੇ ਲੈ ਰਾਏ ਦਾ ਫੱਟਾ ਮੇਰਾ ਲਾਲ ਰੱਖਦਾ ਇਹਨੂੰ ਸੇ ਤੇ ਲੈ ਰਾਏ ਦਾ ਫੱਟਾ ਮੇਰਾ ਲਾਲ ਰੱਖਦਾ ਦੀਆਂ ਸਾਰੀਆਂ ਭੈਣਾਂ ਧਰਤੀ ਡੋਲ ਗਈ ਨੱਚਦੀਆਂ 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 ਸਾਰੀਆਂ ਭੈਣਾਂ ਧਰਤੀ ਡੋਲ ਗਈ ਲੱਕ ਚੁੰਮਦੀ ਨੱਚ ਲੱਕ ਚੁੰਮਦੀ ਪੁੱਤ ਲੱਕ ਨੱਚ ਲੱਕ ਚੁੰਮਦੀ ਚੁੰਮਦੀ ਨੱਚ ਮੇਲਣੇ ਦੀ ਹਵੇਲੀ ਗੂੰਜਦੀ ਹੌਲੀ ਨੱਚ ਮੇਲਣੇ ਦੀ ਹਵੇਲੀ ਗੂੰਜਦੀ ਹੌਲੀ ਨੱਚ ਮੇਲਣੇ ਦੀ ਹਵੇਲੀ ਗੂੰਜਦੀ ਗਿੱਧਿਆਂ ਦੇ ਵਿੱਚ ਨੱਚਣ ਆਈਆਂ 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 ਦੋ ਕੁੜੀਆਂ ਮੁਟਿਆਰਾਂ ਨੀ ਵਾਰੋ ਵਾਰੀ ਮਾਰਨ ਗੇੜੇ ਵਾਰੋ ਵਾਰੀ ਮਾਰਨ ਗੇੜੇ ਹੁਸਨ ਦੀਆਂ ਸਰਕਾਰਾਂ ਨੀ ਆਸੇ ਪਾਸੇ ਜਨਮੜਿਆਂ ਦੇ ਪੈ ਹੁਲਾਰੇ ਪਰਦੇ ਗੰਗਰੇ ਵੀ ਗੱਜਦੇ ਬਹਿ ਜਾ ਕਰਦੇ ਗੰਗਰੇ ਵੀ ਗੱਜਦੇ ਬਹਿ ਜਾ ਦੇ ਵਿੱਚ ਨੱਚਣ ਦਿਨ ਹੋ ਗਏ ਬੈਠੇ ਦੇਖੇ ਤਾਂ ਮੇਰੇ ਕੋਲੇ ਬੈਠੇ ਦੇਖੇ ਤਾਂ ਮੇਰੇ ਕੋਲੇ ਬੈਠੇ ਦੇਖੇ ਤਾਂ ਮੇਰੇ ਕੋਲੇ ਬੈਠੇ ਤੂੰ ਨੀ ਲੱਗਦਾ ਨੇੜੇ ਮੇਰੇ ਤੂੰ ਨਹੀਂ ਲੱਗਦਾ ਨੇੜੇ ਜੇ ਮੈਂ ਮਰ ਗਈ ਵੇ ਉਹਦੇ ਮੈਂ ਮਰ ਗਈ ਵੇ ਫਿਰ ਬੋਲੂਗੀ ਤੇਰੇ ਤੇ ਮੈਂ ਮਰ ਗਈ ਗੰਦਲ ਵਰਗੀ ਨਾ ਸੁਣੀਦੀ ਗੰਦਲ ਵਰਗੀ ਨਾਲ ਸੁਣੀਦੀ ਗੰਦਲ ਵਰਗੀ ਨਾ ਸੁਣੀਦੀ ਗੰਦਲ ਵਰਗੀ ਨਾਲ ਸੁਣੀਦੀ ਜਾਂਜਰ ਨੱਚਣ ਕਾਵੇ ਨੀ ਧਰਤੀ ਨੱਚੇ ਅੰਬਰ ਨੱਚੇ ਧਰਤੀ ਨੱਚੇ ਅੰਬਰ ਨੱਚੇ ਨੈਣ ਜਦੋਂ ਮਟਕਾਵੇ ਨੈਣ ਜਦੋਂ ਮਟਕਾਵੇ ਲੰਮਾ ਲੰਮਾ ਲਹਿਰਾ ਲਹਿਰਾ ਪਤਲਾ ਲੱਕ ਹਿਲਾਵੇ ਕਿਧਰੋਂ ਕਿਧਰੋਂ ਵੇ ਕਿਧਰੋਂ ਵੇ ਕਿਧਰੋਂ ਸੁਣ ਮਾਇਆ ਵੇ ਕਿਧਰੋਂ ਸੁਣ ਮਾਇਆ ਵੀਰ ਬੋਲੀਆਂ ਪਾਵੇ ਕਿਧਰੋਂ ਸੁਣ ਮਾਇਆ ਕਿਧਰੋਂ ਸੁਣ ਮਾਇਆ ਨੀ ਬੋਲੀਆਂ ਪਾਵੇ ਕਿਧਰੋਂ ਸੁਣ ਮਾਇਆ ਨੀ ਬੋਲੀਆਂ ਪਾਵੇ ਕਿਧਰੋਂ ਸੁਣ ਮਾਇਆ ਹੱਲੇ ਹੱਲੇ ਵੇ ਬੱਚਾ ਮੇਰੀ ਦਿੱਲੀ ਆਖੇ ਵੇ ਕੁੜੀ ਪੱਟ ਗਈ ਵੇ ਕੁੜੀ ਪੱਟ ਲਈ ਕੁੜੀ ਪੱਟ ਲਈ ਪਤਾ ਸੇ ਮਰੇ ਕੀ ਜੱਟਾ ਤੇਰੀ ਦਿੱਲੀ ਆਖੇ ਕੁੜੀ ਪੱਟ ਲਈ ਪਤਾ ਸੇ ਮਰੇ ਕੀ ਜੱਟਾ ਤੇਰੀ ਦਿੱਲੀ ਆਖੇ ਕੁੜੀ ਪੱਟ ਲਈ ਪਤਾ ਸੇ ਮਰੇ ਕੀ ਜੱਟਾ ਤੇਰੀ ਦਿੱਲੀ ਆਖੇ ਕੁੜੀ ਦੀ ਮੋਟੀ ਨਹੀਂ ਆਈ ਨੀ ਤੂੰ ਬਣ ਜਾ ਕੁੜੇ ਹੈ ਬੇਬੇ ਦਾ ਬੇਬੇ ਦਾ ਦਬਕਾ ਚੱਕ ਮੁੰਡਿਆ ਬੇਬੇ ਦਾ ਦਬਕਾ ਚੱਕ ਮੁੰਡਿਆ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਮੈਨੂੰ ਰੇਸ਼ਮੀ ਰਮਾਲ ਵਾਂਗ ਰੱਖ ਮੁੰਡਿਆ ਮੈਨੂੰ ਰੇਸ਼ਮੀ ਰਮਾਲ ਵਾਂਗ ਰੱਖ ਮੁੰਡਿਆ ਉਹ ਲੜੀਆਂ ਉੱਚੀ ਉੱਚੀ ਉਹ ਲੜੀਆਂ ਉੱਚੀ ਉੱਚੀ ਫਿਰ ਹੋਈਆਂ ਗੁੱਤਮ ਗੁੱਤੀ ਫਿਰ ਹੋਈਆਂ ਗੁੱਤਮ ਗੁੱਤੀ ਮੈਂ ਮਾੜੀ ਤੇਰੀ ਮਾਂ ਤਕੜੀ 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 ਮੈਂ ਬੜਾ ਛਡਾਇਆ ਛੱਡਦੀ ਨਾ ਮੈਂ ਬੜਾ ਚੜਾਇਆ ਛੱਡਦੀ ਨਾ ਛਡਾ ਲੈ ਬੇਬੇ ਤੋਂ ਹਾਰਾ ਮੈਂ ਮੁੜ ਕੇ ਲੜਦੀ ਨਾ ਛੜਾ ਲੈ ਬੇਬੇ ਤੋਂ ਹਾੜਾ ਮੈਂ ਮੁੜ ਕੇ ਲੜਦੀ ਨਾ ਛੜਾ ਲੈ ਬੇਬੇ ਤੋਂ ਹਾੜਾ ਮੈਂ ਮੁੜ ਕੇ ਲੜਦੀ ਨਾ ਛੜਾ ਲੈ ਬੇਬੇ ਤੋਂ ਹਾੜਾ ਮੈਂ ਮੁੜ ਕੇ ਲੜਦੀ ਨਾ ਛੜਾ ਲੈ ਬੇਬੇ ਤੋਂ ਹਾੜਾ ਮੈਂ
ਤਾਂ ਸਾਂ ਬਥੇਰਾ ਖਾਦਾ ਕੇਕ ਤਾਂ ਸਾ ਬਥੇਰਾ ਖਾਦਾ ਕੇਕ ਤਾਂ ਸਾਂ ਬਥੇਰਾ ਖਾਦਾ ਕੇਕ ਤਾਂ ਸਾ ਬਥੇਰਾ ਖਾਦਾ ਹਾਏ ਨੀ ਚਟਕੋਰੇ ਜੇ ਚਟੋਰੇ ਜੇ ਮਸਾਲੇਦਾਰ ਮਸਾਲੇਦਾਰ ਚਾਰ ਬਤਾੜ ਤਲ ਲੈ ਨੀ ਸੁਣ ਸਿਮਰਨ ਰੱਖੋ ਜਾਦੀ ਪਿਆਰੀ ਪੱਲੇ ਸਣ ਸਿਮਰਨ ਰੱਖੋ ਜਾਦੀ ਪਿਆਰੀ ਪੱਲੇ ਸਣ ਸਿਮਰਨ ਰੱਖੋ ਜਾਦੀ ਪਿਆਰੀ ਮੈਂ ਮੈਨੂੰ ਜਾਣਾ ਕੰਤਾ ਨਰਮਾ ਖਿੜਿਆ ਕੰਤਾ ਨਰਮਾ ਚੁੱਕੇ ਆਈ ਕੰਤਾ ਨਰਮਾ ਚੁੱਕੇ ਆਈ ਖਿੜਿਆ ਖਿੜਿਆ ਲਮਾਣਾ ਨੀ ਖਿੜਿਆ ਪਿਆ ਨਿਮਾਣਾ ਸਿੰਘ ਜੀ ਹੁਕਮ ਕਰੋ ਸਿੰਘ ਜੀ ਹੁਕਮ ਕਰੋ ਦਿੱਲੀ ਘੇਰਨ ਜਾਣਾ ਸਿੰਘ ਜੀ ਹੁਕਮ ਕਰੋ ਮੈਂ ਦਿੱਲੀ ਫੇਰਨ 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 ਜਾਣਾ ਸਿੰਘ ਜੀ ਹੁਕਮ ਕਰੋ ਸਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਕਰੁਣ ਤੁਹਾਨੂੰ ਅੱਜ ਮਿਲਵਾਉਣ ਜਾ ਰਿਹਾ ਇੱਕ ਵਿਲੱਖਣੀ ਸ਼ਖਸੀਅਤ ਨਾਲ। ਵਿਲੱਖਣੀ ਮੈਂ ਇਸ ਕਰਕੇ ਕਹਾਂਗਾ ਕਿ ਜਦੋਂ ਵੀ ਅਸੀਂ ਨਾਚ ਗਾਣਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਬੜਾ ਇੱਕ ਟਿਪੀਕਲ ਜਿਹਾ ਇੱਕ ਕੈਟੇਗਰਾਈਜ਼ਡ ਹੈਗਾ। ਜੇ ਆਪਾਂ ਭੰਗੜੇ ਦੀ ਗੱਲ ਕਰੀਏ ਤਾਂ ਅਸੀਂ ਕਹਿੰਦੇ ਹਾਂ ਕਿ ਲੰਬੇ ਚੌੜੇ ਭੰਗੜੇ ਪਾਉਂਦੇ ਨੇ ਤੇ ਜਿਹੜੀਆਂ ਅਣਖੀਲੀਆਂ ਮੁਟਿਆਰਾਂ ਨੇ ਉਹ ਗਿੱਧਾ ਪਾਉਂਦੀਆਂ ਨੇ। ਪਰ ਅੱਜ ਮੈਂ ਤੁਹਾਨੂੰ ਇੱਦਾਂ ਦੇ ਕਲਾਕਾਰ ਨਾਲ ਮਿਲਵਾਉਣਾ ਜਾ ਰਿਹਾ ਹੈਗਾ ਜਿਨ੍ਹਾਂ ਨੇ ਮੁੰਡਾ ਹੁੰਦੇ ਹੋਏ ਵੀ ਗਿੱਧੇ ਨੂੰ ਉਹ ਨਵੀਂ ਉਚਾਈ ਦਿੱਤੀ ਹੈਗੀ ਹੈ ਕਿ ਹੁਣ ਗਿੱਧੇ ਨੂੰ ਉਹਨਾਂ ਦੇ ਨਾਮ ਤੋਂ ਅਲੱਗ ਕਰਕੇ ਨਹੀਂ ਸੋਚਿਆ ਜਾ ਸਕਦਾ। ਤੇ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੇ ਗਿੱਧੇ ਦੀ ਬਹੁਤ ਧੂਮ ਪੈ ਰਹੀ ਹੈਗੀ ਹੈ। ਤੇ ਇਹਨਾਂ ਕਰਕੇ ਹੀ ਗਿੱਧੇ ਜਾਂ ਜਾਗੋ ਦੀ ਜਿਹੜੀ ਸਾਡੀ ਪੁਰਾਣੀ ਇੱਕ ਸੰਸਕ੍ਰਿਤੀ ਸੀਗੀ ਜਿਹੜੀ ਧੀਰੇ ਧੀਰੇ ਮਰਦੀ ਜਾ ਰਹੀ ਸੀਗੀ ਉਹਨਾਂ ਨੂੰ ਇਹਨਾਂ ਨੇ ਦੁਬਾਰਾ ਤੋਂ ਜੀਵਿਤ ਕੀਤਾ ਹੈ। ਮੇਰੀ ਮੁਰਾਦ ਹੈ ਨੂਰ ਆਰਟਸ ਵੱਲੋਂ ਨੂਰ ਜ਼ੋਰਾ ਜੀ। ਨੂਰ ਜ਼ੋਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਨਿਊਜ਼ ਫਰੇਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਇੱਥੇ ਮੈਡਮ ਹੈਗੇ ਹੈ ਸਿਮਰਨ ਬਾਜਵਾ ਜੀ ਜਿਨ੍ਹਾਂ ਦਾ ਸੁਖਮਨੀ ਥ੍ਰੈਡਸ ਦੇ ਨਾਮ ਤੋਂ ਇਹ ਜਿੰਨੀਆਂ ਫੁਲਕਾਰੀਆਂ ਤੁਸੀਂ ਦੇਖ ਰਹੇ ਹੈਗੇ ਹੋ ਇਹ ਸਭ ਉਹਨਾਂ ਦੀਆਂ ਕੀਤੀਆਂ ਹੋਈਆਂ ਹੈਗੀਆਂ। ਤੇ ਇਹਨਾਂ ਦਾ ਆਉਣਾ ਇੱਥੇ ਚੰਡੀਗੜ੍ਹ ਹੋਇਆ ਤੇ ਉਸ ਦੌਰਾਨ ਹੀ ਸਾਡੀ ਇਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਮਿਲ ਰਿਹਾ। ਤੇ ਜੇ ਇੱਕ ਵਾਰੀ ਤੁਸੀਂ ਆਪਣੀ ਸਾਡੇ ਚੈਨਲ ਵਾਸਤੇ ਦੇ ਦਿਓ। ਮੈਂ ਤੁਹਾਨੂੰ ਦੱਸਾਂ ਕਿ ਅੱਜ ਪੂਰੀ ਟੀਮ ਤਾਂ ਨਹੀਂ ਕਹਿ ਸਕਦੇ, ਜਿਹੜੇ ਆਰਟਿਸਟ ਅਵੇਲੇਬਲ ਸੀਗੇ ਉਹ ਮੈਂ ਇਸ ਵਕਤ ਨਾਲ ਲਿਆਂਦੇ ਨੇ ਕਿਉਂਕਿ ਜਿਹੜਾ ਫੰਕਸ਼ਨ ਸੀ ਉਹ ਕਿਸੇ ਹੋਰ ਪਾਸੇ ਸੀ, ਬਾਕੀ ਦੇ ਆਰਟਿਸਟ ਉਧਰ ਨੂੰ ਲੰਘ ਗਏ ਸੀ। ਤੇ ਅਸੀਂ ਇਹ ਮੇਰਾ ਆਰਟਿਸਟ ਹੈ ਰਾਜਪੁਰੇ ਦੇ ਨੇੜੇ ਇਸ ਦਾ ਪਿੰਡ ਹੈ, ਇਹਦਾ ਨਾਮ ਪ੍ਰਿੰਸ ਤੇ ਇਹ ਆਰਟਿਸਟ ਲਵਲੀ ਮਾਛੀਵਾੜਾ ਤੇ ਇਸ ਦਾ ਨਾਮ ਵਿਜੇ ਮੋਗਾ ਤੇ ਉਹ ਸਾਡੇ ਮੇਰੇ ਅਸਿਸਟੈਂਟ ਵੀ ਨੇ ਤੇ ਮੇਰੇ ਮੇਨ ਹੈਲਪਰ ਵੀ ਨੇ ਦਰਸ਼ਨ ਸਿੰਘ ਤੇ ਇਹ ਮੇਰੇ ਅੱਜ ਨਾਲ ਨੇ। ਤੇ ਸਾਡੇ ਢੋਲਕ ਮਾਸਟਰ ਜੀ ਉਹ ਉਧਰ ਹੀ ਨੇ, ਉਹ ਮੇਰੇ ਕੋਲ ਆਏ ਨਹੀਂ, ਉਧਰ ਚਾਹ ਪਾਣੀ ਪੀ ਰਹੇ ਸੀਗੇ। ਤੇ ਛੋਟੀ ਜਿਹੀ ਟੀਮ ਲੈ ਕੇ ਅੱਜ ਅਸੀਂ ਸੁਖਮਨੀ ਬਾਜਵਾ ਦੇ ਘਰੇ ਆਏ ਆ ਤੇ ਸੁਖਮਨੀ ਥ੍ਰੈਡਸ ਵਾਲਿਆਂ ਨੂੰ ਮਿਲਣ ਵਾਸਤੇ। ਨੂਰ ਜੀ ਮੈਂ ਇਹ ਜਾਣਨਾ ਚਾਹਾਂਗਾ ਕਿ ਜਿਹੜੀ ਗਿੱਧੇ ਦੀ ਪਰੰਪਰਾ ਹੈਗੀ ਹੈ ਜਾਂ ਜਿਹੜੀ ਜਾਗੋ ਦੀ ਪਰੰਪਰਾ ਸਾਡੇ ਪੰਜਾਬ ਦੀ ਬੜੀ ਪੁਰਾਣੀ ਪਰੰਪਰਾ ਹੈਗੀ ਹੈ, ਬਟ ਪਿਛਲੇ ਕੁਝ ਸਾਲਾਂ 'ਚ ਦੇਖਿਆ ਗਿਆ ਕਿ ਡੀਜੇ ਨੇ ਆ ਕੇ ਉਹਨੂੰ ਓਵਰਟੇਕ ਕਰ ਲਿਆ ਤੇ ਉਹ ਹੌਲੀ ਹੌਲੀ ਪਰੰਪਰਾ ਮਰਦੀ ਜਾ ਰਹੀ ਸੀ। ਤੇ ਤੁਸੀਂ ਕਦੋਂ ਸੋਚਿਆ ਕਿ ਇਸ ਪਰੰਪਰਾ ਨੂੰ ਜ਼ਿੰਦਾ ਕੀਤਾ ਜਾਵੇ ਤੇ ਦੁਬਾਰਾ ਇਸ ਦੇ ਵਿੱਚ ਜਾਨ ਪਾਈ ਜਾਵੇ? ਦੇਖੋ ਜੀ ਇੱਦਾਂ ਆ ਕਿ ਪਰੰਪਰਾਵਾਂ ਜਿਸ ਤਰ੍ਹਾਂ ਕਹਿ ਦਿੰਦੇ ਆਪਾਂ ਸੋਚ ਲੈਂਦੇ ਕਿ ਮਰਦੀਆਂ ਨਹੀਂ ਹੁੰਦੀਆਂ, ਪਰ ਇੱਦਾਂ ਹੁੰਦਾ ਕਿ ਕੁਛ ਟਾਈਮ ਹੁੰਦਾ ਕੋਈ ਨਵੀਂ ਚੀਜ਼ ਆ ਗਈ। ਹਰ ਮਨੁੱਖ ਇਹ ਚਾਹੁੰਦਾ ਹੈ ਕਿ ਸਾਨੂੰ ਕੁਛ ਨਾ ਕੁਛ, ਇਨਸਾਨ ਦੀ ਜਿਹੜੀ ਫਿਤਰਤ ਹੈ ਇਹ ਹੁੰਦੀ ਹੈ ਕਿ ਸਾਨੂੰ ਕੁਛ ਨਾ ਕੁਛ ਮਿਲਦਾ ਰਵੇ ਨਵਾਂ। ਜਿਉਂ ਕੋਈ ਨਵੀਂ ਚੀਜ਼ ਆਉਂਦੀ ਹੈ ਅਸੀਂ ਉਹਨੂੰ ਫਟਾਫਟ ਫੜਦੇ ਹਾਂ, ਪਰ ਅਸਲ ਦੇ ਵਿੱਚ ਜੋ ਸਾਡਾ ਅਸਲਾ ਹੁੰਦਾ ਹੈ, ਜੋ ਸਾਡੀ ਅਸਲ ਸੰਸਕ੍ਰਿਤੀ ਹੈ, ਚਾਹੇ ਸਾਡੀ ਅਸਲ ਮਾਨਸਿਕਤਾ ਹੈ, ਉਹ ਮੇਰਾ ਖਿਆਲ ਹੈ ਵੀ ਕਦੇ ਨਹੀਂ ਮਰਦੀ ਹੁੰਦੀ। ਹਾਂ ਉਹ ਥੱਲੇ ਦਬ ਜਾਂਦੀ ਹੈ ਕੁਛ ਟਾਈਮ ਵਾਸਤੇ, ਜਦੋਂ ਡੀਜੇ ਦਾ ਬਹੁਤ ਵੱਡੀ ਨੇਰੀ ਚੱਲੀ ਤੇ ਉਹ ਹੁਣ ਵੀ ਚੱਲ ਰਹੀ ਹੈ। ਪਰ ਜਦੋਂ ਸਾਨੂੰ ਲੱਗਿਆ, ਮੈਨੂੰ ਲੱਗਿਆ ਕੁਛ ਜਿਵੇਂ ਮੇਰੇ ਵਰਗੇ ਕੁਛ ਇਸ ਫੀਲਡ ਦੇ ਵਿੱਚ ਨਾਲ ਸੰਬੰਧਿਤ ਲੋਕਾਂ ਨੂੰ, ਜਦੋਂ ਸਾਨੂੰ ਲੱਗਦਾ ਕਿ ਨਹੀਂ ਯਾਰ ਇੱਦਾਂ ਨਹੀਂ, ਇਸ ਚੀਜ਼ ਤੋਂ ਥੋੜਾ ਜਿਹਾ ਹਟ ਕੇ, ਅਸਲ ਦੇ ਵਿੱਚ ਤਾਂ ਮਨੁੱਖ ਦਾ ਮਨ ਹਟ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ। ਤੇ ਜਦੋਂ ਤੁਸੀਂ ਹਟ ਕੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਕਿਹੜੀ ਚੀਜ਼ ਨੂੰ ਆਪਟ ਕਰਦੇ ਹੋ?
ਉਹ ਡਿਪੈਂਡ ਕਰਦਾ ਤੁਹਾਡੇ ਮੈਂਟਲ ਸੈਟਅਪ ਤੇ, ਜਾਂ ਤੁਹਾਡੀ ਬੈਕਗ੍ਰਾਉਂਡ ਕਿੱਦਾਂ ਦੀ ਆ, ਜਾਂ ਤੁਸੀਂ ਸਟੱਡੀ ਕੀ ਕੀਤੀ, ਠੀਕ ਹੈ ਜੀ। ਤੇ ਜਦੋਂ ਮੈਂ ਦੇਖਿਆ ਪਿੰਡਾਂ ਦੇ ਵਿੱਚ ਬੇਸ਼ੱਕ ਡੀਜੇ ਦੀ ਨੇਰੀ ਚੱਲਦੀ ਸੀ, ਪਰ ਬੜੇ ਰਿਮੋਟ ਏਰੀਆਜ਼ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਥੋੜੇ ਥੱਲੇ ਵਾਲੇ ਲੈਵਲ ਤੇ ਜਦੋਂ ਵਿਆਹ ਸ਼ਾਦੀ ਨੂੰ ਕੁਝ ਥੋੜਾ ਬਹੁਤਾ ਸ਼ਗਨ ਹੋਣੇ ਜਾਂ ਗੱਲਬਾਤ ਹੋਣੀ, ਤਾਂ ਉੱਥੇ ਕਿਤੇ ਨਾ ਕਿਤੇ ਇਹ ਰੰਗ ਖਿਲਰੇ ਪਏ ਸੀ, ਜੋ ਬੇਸ਼ੱਕ ਸਾਨੂੰ ਲੱਗਦਾ ਸੀ ਕਿ ਧੁੰਦਲੇ ਹੋ ਗਏ ਨੇ, ਪਰ ਮੈਨੂੰ ਲੱਗਿਆ ਕਿ ਧੁੰਦਲੇ ਹੋਏ ਰੰਗਾਂ ਨੂੰ ਅਸੀਂ ਉੱਤੋਂ ਸਾਫ਼ ਕਰਕੇ ਪੋਚਾ ਲਾ ਕੇ ਤੇ ਇਹਨਾਂ ਨੂੰ ਫੇਰ ਉਘਾੜ ਦਈਏ, ਫੇਰ ਗੂੜੇ ਕਰੀਏ। ਤੇ ਉਹ ਗੂੜੇ ਕਰਨ ਦੇ ਚੱਕਰਾਂ ਦੇ ਵਿੱਚ ਹੀ ਅਸੀਂ ਗੂੜੇ ਸੂਟ ਪਾਏ, ਸੋਹਣੀਆਂ ਫੁਲਕਾਰੀਆਂ ਲਈਆਂ, ਤੇ ਮੈਨੂੰ ਲੱਗਦਾ ਕਿ ਰੰਗ ਐਡਾ ਸੋਹਣਾ ਚੜਿਆ। ਦੇਖੋ ਡੀਜੇ ਦਾ ਜਿਹੜਾ ਆਪਣਾ ਕਲਚਰ ਹੈ ਉਹ ਕਾਇਮ ਹੈ, ਚੱਲ ਰਿਹਾ ਪੈਰਲਲੀ, ਕਿਉਂਕਿ ਬਹੁਤ ਸਾਰੇ ਜੋ ਚੀਜ਼ਾਂ ਚੱਲ ਪੈਂਦੀਆਂ ਨੇ ਉਹ ਛੇਤੀ ਮਰਦੀਆਂ ਨਹੀਂ ਹੁੰਦੀਆਂ। ਤੇ ਜਦੋਂ ਅਸੀਂ ਇਸ ਆਪਣੇ ਉਸ ਸੰਸਕ੍ਰਿਤੀ ਚੋਂ ਚੀਜ਼ਾਂ ਚੱਕੀਆਂ ਤੇ ਉਹਨਾਂ ਪੁਰਾਣੀਆਂ ਚੀਜ਼ਾਂ ਨੂੰ ਜਦੋਂ ਅਸੀਂ ਮੋਡੀਫਾਈ ਕਰਕੇ ਥੋੜਾ ਗਲੈਮਰਾਈਜ਼ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਤੇ ਲੋਕਾਂ ਨੇ ਸਾਨੂੰ ਦੋਵੇਂ ਹੱਥਾਂ ਦੀ ਉਂਜਲੀ ਦੇ ਵਿੱਚ ਕਬੂਲ ਕੀਤਾ। ਗੱਲ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਸ ਪਿਆਰ ਤੇ ਮੁਹੱਬਤ ਹੈਗਾ, ਅਸੀਂ ਇਹ ਕਿ ਤੁਸੀਂ ਆਪ ਰਹੇ ਹੋ ਜਿਹੜੀ ਪਹਿਲੀ ਲਾਈਨ ਹੈ, ਉਹ ਜਿਹੜਾ ਕੋਈ ਅਵਾਰਡ ਦੇਣਾ ਹੁੰਦਾ ਹੈ ਜਾਂ ਕੋਈ ਕਿਸੇ ਨੇ ਲਕਬ ਦੇਣਾ ਹੁੰਦਾ, ਉਹ ਲੋਕਾਂ ਨੇ ਦੇਣਾ ਹੁੰਦਾ। ਉਹ ਜੇ ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਦਾ ਫਿਰੂੰਗਾ ਤਾਂ ਮੈਨੂੰ ਲੱਗਦਾ ਕਿ ਮੈਂ ਉਸ ਚੀਜ਼ ਨਾਲ ਇਨਸਾਫ ਨਹੀਂ ਕਰਨਾ। ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬੀ ਕਲਚਰ ਨੇ ਮੈਨੂੰ ਸਾਂਭਿਆ, ਅਦਰਵਾਈਜ਼ ਮੈਨੂੰ ਲੱਗਦਾ ਕਿ ਮੈਂ ਇਸ ਲੈਵਲ ਤੱਕ ਇੰਨਾ ਲੋਕਾਂ ਦਾ ਜੋ ਮੈਨੂੰ ਪਿਆਰ ਮਿਲ ਰਿਹਾ ਹੈ, ਮੈਨੂੰ ਨਹੀਂ ਲੱਗਦਾ ਸੀ ਕਿ ਇੰਨਾ ਪਿਆਰ ਮਿਲੂਗਾ ਲੋਕਾਂ ਨੂੰ। ਮੈਂ ਇੱਕ ਟੀਚਰ ਹੋ ਸਕਦਾ ਸੀ, ਮੈਂ ਇੱਕ ਇੰਜੀਨੀਅਰ ਹੋ ਸਕਦਾ ਸੀ, ਮੈਂ ਕੁਝ ਵੀ ਹੋ ਸਕਦਾ ਸੀ, ਜਾਂ ਮੈਂ ਕੁਝ ਵੀ ਨਾ ਹੋ ਸਕਦਾ ਸੀ, ਪਰ ਪੰਜਾਬੀ ਕਲਚਰ ਦੇ ਨਾਲ ਜਦੋਂ ਮੈਂ ਜੁੜਿਆ, ਉਸ ਦੀਆਂ ਬਰੀਕੀਆਂ ਦੇਖਣ ਦੀ ਕੋਸ਼ਿਸ਼ ਕੀਤੀ, ਤੇ ਉਹਨੂੰ ਆਪਣੀ ਰੂਹ ਨਾਲ ਆਤਮਸਾਤ ਕਰਕੇ ਜਦੋਂ ਮੈਂ ਪਿੰਡ ਦੇ ਵਿੱਚ ਨਿਕਲਿਆ ਤੇ ਮੈਨੂੰ ਬਹੁਤ ਮੁਹੱਬਤ ਮਿਲੀ। ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬੀ ਸੱਭਿਆਚਾਰ ਦਾ ਜਿਹੜਾ ਉਹ ਵੱਡਾ ਭੰਗੂੜ ਹੈ, ਉਹ ਮੈਨੂੰ ਝੂਲੇ ਦੇ ਰਿਹਾ, ਉਹ ਮੈਨੂੰ ਝੂਟੇ ਦੇ ਰਿਹਾ ਕਿ ਉਸੇ ਨੇ ਮੈਨੂੰ ਸਾਂਭਿਆ। ਇੱਥੇ ਨੂਰ ਜੀ ਇੱਕ ਮੈਂ ਗੱਲ ਹੋਰ ਕਰਨੀ ਚਾਹਾਂਗਾ ਕਿ ਆਪਾਂ ਜਦੋਂ ਲਚੀਲਾਪਨ ਜਾਂ ਕੁੜੀਆਂ ਦੀ ਟੌਰ ਜਾਂ ਮੜਕਪਨ ਦੀ ਗੱਲ ਕਰਦੇ ਹਾਂ, ਤੇ ਅਸੀਂ ਅੱਜ ਕੱਲ੍ਹ ਜਿੱਦਾਂ ਦੇਖਦੇ ਹਾਂ ਡੀਜਿਆਂ ਤੇ ਕੁੜੀਆਂ ਡਾਂਸ ਕਰ ਰਹੀਆਂ, ਪਰਫਾਰਮ ਕਰ ਰਹੀਆਂ, ਬਟ ਜਿਹੜਾ ਲਚੀਲਾਪਨ ਜਾਂ ਜਿਹੜੀ ਮੜਕ ਟੌਰ 'ਚ ਜਿਹਨਾਂ ਆਪਾਂ ਕਹਿੰਦੇ ਪੰਜਾਬੀ ਮੁਟਿਆਰ ਦੀ ਇੱਕ ਮੜਕ ਹੈ, ਇੱਕ ਤੁਰਨ ਦਾ ਇੱਕ ਜਿਹੜਾ ਅੰਦਾਜ਼ ਹੈ, ਉਹ ਜਿਹੜਾ ਤੁਹਾਡੇ ਮੁੰਡੇ ਹੁੰਦੇ ਹੋਏ ਵੀ ਤੁਹਾਡੀ ਟੀਮ 'ਚ ਜਿਹੜਾ ਆਂਦਾ ਹੈਗਾ, ਉਹ ਕੀ ਵਿਲੱਖਣਾ ਚੀਜ਼ ਹੈਗੀ ਹੈ ਜਿਹੜਾ ਤੁਸੀਂ ਕੁੜੀਆਂ ਤੋਂ ਵੀ ਆਪਣੇ ਆਪ ਨੂੰ ਜ਼ਿਆਦਾ ਲਚੀਲਾ ਕਰਕੇ ਪੇਸ਼ ਕਰਦੇ ਹੋ, ਤੇ ਤੁਹਾਨੂੰ ਦੇਖਣ ਵਾਲੇ ਇਹ ਕਹਿੰਦੇ ਹੈਗੇ ਕਿ ਇਹ ਮੁੰਡਾ ਨਹੀਂ ਹੈ, ਕੁੜੀ ਗਿੱਧਾ ਪਾ ਰਹੀ ਹੈ। ਦੇਖੋ ਇਸ ਨੂੰ ਜੇ ਮੈਂ ਐਕਸਪਲੇਨ ਕਰਨ ਲੱਗਾ ਤਾਂ ਮੈਨੂੰ ਲੱਗਦਾ ਕਿ ਮੈਂ ਕਰ ਹੀ ਨਹੀਂ ਸਕੂੰਗਾ। ਇਹ ਤਾਂ ਫਿਰ ਸਾਰੀ ਗੱਲ ਉੱਥੇ ਹੀ ਆ ਗਈ ਕਿ ਗੋਡ ਗਿਫਟ ਹੈ ਜੀ, ਹੈਨਾ। ਤੇ ਜਦੋਂ ਉਸ ਨੇ ਕਲਾਕਾਰੀ ਹੀ ਉਹ ਪਾ ਦਿੱਤੀ ਹੈ ਜਿਹੜੀ ਕੁੜੀਆਂ ਦੇ ਵੰਡੇ, ਜਾਂ ਅਸੀਂ ਇੱਕ ਕੰਧਾਂ ਬਣਾ ਲੀਆਂ, ਹਨਾ, ਤੇ ਉਹ ਕੁੜੀਆਂ ਦੇ ਵੰਡੇ ਦੀ ਜਿਹੜੀ ਕਲਾਕਾਰੀ ਆ, ਜਦੋਂ ਵੰਡਦਿਆਂ ਹੋ ਸਕਦਾ ਕਿਹੜੇ ਪਾਸੇ ਨੂੰ ਮੈਂ ਜਾ ਕੇ ਝੋਲੀ ਫੈਲਾ ਲਈ ਹੋਣੀ ਆ ਰੱਬ ਦੇ ਅੱਗੇ, ਵਾਹਿਗੁਰੂ ਦੇ ਅੱਗੇ, ਹਨਾ, ਤੇ ਉਹਨਾਂ ਨੇ ਉਹ ਵੰਡਾ ਹੀ ਮੈਨੂੰ ਦੇਤਾ। ਤੇ ਫਿਰ ਉਹ ਜੇ ਇੱਕ ਤਾਂ ਹੁੰਦਾ ਬੋਰਨ ਕਲਾਕਾਰ, ਇੱਕ ਹੁੰਦਾ ਇੰਪੋਜ਼ਡ। ਜੇ ਇੰਪੋਜ਼ਡ ਹੋਵਾਂ ਤਾਂ ਮੇਰੇ 'ਚ ਬਹੁਤ ਸਾਰੇ ਆਰਟਿਸਟ ਆ ਕੇ ਰਲ ਜਾਂਦੇ ਨੇ। ਕਈ ਵਾਰੀ ਅਸੀਂ ਹੱਸਦੇ ਹੁੰਨੇ ਆ ਕਿ ਜਦੋਂ ਉਹਨੇ ਤਿਆਰ ਹੋ ਕੇ ਵੀ ਕੁੜੀਆਂ ਵਾਲਾ ਰੂਪ ਲੈ ਕੇ ਵੀ ਖੜ ਜਾਣਾ, ਉਹਨੂੰ ਮੁੰਡਾ ਜਿਹਾ ਹੀ ਲੱਗੀ ਜਾਂਦਾ, ਹੈਨਾ। ਤੇ ਪਰ ਇਹ ਮੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਕੁ ਪਿਆਰ ਮਿਲਦਾ ਕਿ ਜਿਵੇਂ ਹੁਣ ਤੁਸੀਂ ਦੇਖਿਆ ਜਾਂ ਤੁਸੀਂ ਕਹਿ ਰਹੇ ਹੋ, ਤਾਂ ਸਾਰੇ ਇਹੀ ਕਹਿੰਦੇ ਨੇ ਕਿ ਜਦੋਂ ਮੈਂ ਅਖਾੜੇ ਦੇ ਵਿੱਚ ਪੈਰ ਧਰਨਾ ਤੇ ਪਤਾ ਨਹੀਂ ਕਿੱਧਰੋਂ ਬਿਜਲੀ ਦੀ ਕੌਂਦ ਵਾਂਗ ਉਹ ਲਚਕਾਂ, ਉਹ ਮੜਕਾਂ, ਉਹ ਜੜਕਾਂ, ਉਹ ਨਜ਼ਾਕਤ, ਉਹ ਨਖਰੇ, ਉਹ ਸੋਹਜ, ਮੈਨੂੰ ਨਹੀਂ ਪਤਾ ਲੱਗਦਾ ਕਿ ਮੇਰੇ 'ਚ ਉਹ ਕਿੱਧਰੋਂ ਆ ਜਾਂਦਾ। ਬਸ ਉਹ ਮੈਂ ਇਹੀ ਕਹੂੰਗਾ ਕਿ ਉਸ ਕਾਦਰ ਨੇ ਕੁਦਰਤ ਦੇ ਵਿੱਚ ਘੋਲ ਕੇ ਮੇਰੇ ਜੁੱਸੇ ਦੇ ਵਿੱਚ ਉਹ ਚੀਜ਼ਾਂ ਪਾਤੀਆਂ, ਉਹ ਤਾਂ ਮੈਂ ਇਹੀ ਕਹਿ ਸਕਦਾ। ਮੈਂ ਇੱਥੇ ਗੱਲ ਹੋਰ ਕਰਨਾ ਚਾਹਾਂਗਾ, ਜਿੱਦਾਂ ਤੁਸੀਂ ਇੱਕ ਕੁੜੀਆਂ ਦਾ ਜਿਹੜਾ ਆਰਟ ਹੈਗਾ ਗਿੱਧਾ, ਉਹਦੇ ਵਿੱਚ ਤੁਸੀਂ ਮੁੰਡਾ ਹੋ ਕੇ ਵੀ ਆਪਣਾ ਇੱਕ ਪੈਰ ਪਸਾਰਤਾ। ਇੱਦਾਂ ਹੀ ਅਸੀਂ ਪੰਜਾਬ 'ਚੋਂ ਦੇਖ ਰਹੇ ਹੈਗਾ ਕਿ ਕੁੜੀਆਂ ਦਾ ਗਰੁੱਪ ਹੈਗਾ ਜਿਹਨੇ ਭੰਗੜੇ ਦੇ ਵਿੱਚ ਤੇ ਢੋਲ ਦੇ ਵਿੱਚ ਆਪਣੀ ਥਾਪ ਦੇ ਵਿੱਚ ਪੈਰ ਜਮਾਉਣਾ ਸ਼ੁਰੂ ਕਰ ਦਿੱਤਾ। ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਇੱਕ ਦੂਜੇ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਮੁੰਡਾ ਕੁੜੀ ਵਾਲਾ ਨਹੀਂ ਕਰ ਸਕਦਾ ਜਾਂ ਕੁੜੀ ਮੁੰਡੇ ਵਾਲਾ ਨਹੀਂ ਕਰ ਸਕਦੀ।
ਨਹੀਂ ਦੇਖੋ, ਇਹ ਵੀ ਹੋ ਸਕਦਾ ਹੈ, ਕਿਸੇ ਦਾ ਸਵਾਲ ਇਹ ਵੀ ਹੋ ਸਕਦਾ ਹੈ ਜਿਹੜੀ ਤੁਸੀਂ ਗੱਲ ਕਹੀ ਹੈ, ਪਰ ਮੈਨੂੰ ਲੱਗਦਾ ਕਿ ਉਹ ਕੁੜੀਆਂ ਦਾ ਜਿਹੜਾ ਢੋਲ ਦਾ ਬੈਂਡ ਹੈ, ਤੁਸੀਂ ਮੈਨੂੰ ਅੱਜ ਦੱਸਿਆ, ਮੈਂ ਨਹੀਂ ਦੇਖਿਆ ਹਨਾ, ਪਰ ਬਹੁਤ ਚਿਰ ਪਹਿਲਾਂ ਇੱਕ ਸਾਡੇ ਗੀਤ ਆਇਆ ਸੀਗਾ ਢੋਲ ਜਗੀਰੋ ਦਾ ਹਨਾ, ਕਰਦਾ ਫਿਰੇ ਪਾਉਂਦਾ ਫਿਰੇ ਧਮਾਲ ਹਨਾ, ਲੋਕੀ ਨੱਚਦੇ ਨੇ ਬੜੇ, ਜੋ ਵੀ ਹੈ ਉਹ ਗੀਤ ਹਨਾ। ਤੇ ਮੈਨੂੰ ਲੱਗਦਾ ਕਿ ਹਰ ਕਿਸੇ ਇਨਸਾਨ 'ਚ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਹੈ, ਉਹਨੂੰ ਖੁਦਾ ਨੇ, ਵਾਹਿਗੁਰੂ ਨੇ ਇੱਕ ਟੈਲੈਂਟ ਬਖਸ਼ਿਆ। ਹੁਣ ਉਹ ਕੁੜੀਆਂ ਨੇ ਬੈਂਡ ਬਣਾਇਆ, ਉਹਨਾਂ ਦੇ ਮਨਸ ਦੇ ਵਿੱਚ ਉਸ ਵਕਤ ਕਿਹੜੀਆਂ ਸਥਿਤੀਆਂ ਪੈਦਾ ਹੋਈਆਂ ਹੋਣਗੀਆਂ, ਉਹਨਾਂ ਨੇ ਆਪਣੇ ਵਰਗੀਆਂ ਕੁੜੀਆਂ ਇਕੱਠੀਆਂ ਕਰੀਆਂ ਹੋਣਗੀਆਂ ਜਿਨ੍ਹਾਂ ਦੇ ਅੰਦਰ ਜੁੱਸੇ 'ਚ ਇੱਕੋ ਢੋਲ ਵਜਾਉਣ ਦਾ ਜਨੂਨ ਹੋਊਗਾ ਹੈ ਨਾ। ਸਿਮਿਲਰਲੀ ਮੇਰੇ ਇਸ ਗਰੁੱਪ ਦੇ ਮਾਮਲੇ ਦੇ ਵਿੱਚ ਵੀ ਇਹੀ ਹੈ ਕਿ ਜਿਹਦੇ ਜੁੱਸੇ 'ਚ ਗਿੱਧੇ ਦਾ ਜਨੂਨ ਹੋਊਗਾ ਉਹ ਮੇਰੇ ਨਾਲ ਜੁੜਦਾ ਗਿਆ ਹੈ ਨਾ। ਤੇ ਕਈਆਂ ਦੇ ਜੁੱਸੇ 'ਚ ਗਿੱਧੇ ਦਾ ਜਨੂਨ ਨਹੀਂ ਸੀ, ਉਹਨਾਂ ਨੂੰ ਜਨੂਨ ਸੀ ਸਿਰਫ ਕੁੜੀਆਂ ਵਾਲੇ ਕੱਪੜੇ ਪਾ ਕੇ ਕੁੜੀਆਂ ਬਣ ਕੇ ਖੜਨ ਦਾ ਜਾਂ ਫਿਰ ਪੈਸੇ ਕਮਾਉਣ ਦਾ। ਤੇ ਉਹੋ ਜਿਹੇ ਜਿਹੜੇ ਬਹੁਤ ਸਾਰੇ ਆਰਟਿਸਟ ਨੇ ਸਾਡੇ ਨਾਲੋਂ ਟੁੱਟ ਕੇ ਵੀ ਜਾ ਚੁੱਕੇ ਨੇ, ਉਹਨਾਂ ਦੀ ਬਹੁਤੀ ਵੱਡੀ ਵਜ੍ਹਾ ਹੈ ਕਿ ਇਨਡਿਸਿਪਲਿਨਡ ਸੀਗੇ ਉਹ ਆਰਟਿਸਟ। ਅਸੀਂ ਕਿਸੇ ਵੀ ਆਰਟਿਸਟ ਨੂੰ ਜਦੋਂ ਸਾਡੇ ਗਰੁੱਪ ਚੋਂ ਜਿਹੜਾ ਚਲਿਆ ਜਾਂਦਾ, ਉਹਦੀ ਵਜ੍ਹਾ ਕੀ ਹੈ ਕਿ ਮੇਰੇ ਗਰੁੱਪ ਦੇ ਵਿੱਚ ਮੈਂ ਡਿਸਿਪਲਿਨ ਬਹੁਤ ਕ੍ਰੀਏਟ ਕੀਤਾ ਹੈ। ਇਹ ਸਾਰੇ ਆਰਟਿਸਟ ਜਦੋਂ ਮੇਰੀ ਘੂਰ ਮੰਨਦੇ ਨੇ, ਪਰ ਜਿਹੜਾ ਆਰਟਿਸਟ ਮੇਰੀ ਘੂਰ ਨਹੀਂ ਮੰਨਦਾ, ਮੀਨਸ ਟੂ ਸੇ ਕੋ ਇਨਡਿਸਿਪਲਿਨਡ ਹੈ, ਤੇ ਡਿਸਿਪਲਿਨ ਦੀ ਵਜ੍ਹਾ ਕਰਕੇ ਅਸੀਂ ਉਹਨੂੰ ਫਿਰ ਆਊਟ ਕਰ ਦਿੰਦੇ ਹਾਂ। ਬਹੁਤ ਸਾਰੇ ਆਰਟਿਸਟ ਨੇ, ਉਹਨਾਂ ਨੇ ਆਪਣੇ ਆਪਣੇ ਵੀ ਗਰੁੱਪ ਬਣਾ ਲਏ ਨੇ ਹਨਾ। ਇਸ ਕਰਕੇ ਜਿਹੜਾ ਤੁਹਾਡਾ ਕੁਐਸਚਨ ਹੈ, ਉਹਨੂੰ ਆਪਾਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਰੱਬ ਨੇ ਟੈਲੈਂਟ ਦਿੱਤਾ ਤੇ ਉਹਨਾਂ ਨੇ ਢੋਲ ਦਾ ਬੈਂਡ ਬਣਾ ਲਿਆ। ਇਹ ਜਸਟੀਫਿਕੇਸ਼ਨ ਨਹੀਂ ਹੁੰਦੀ। ਜਸਟੀਫਿਕੇਸ਼ਨ ਤਾਂ ਅਸੀਂ ਆਪਣੇ ਅਸਤਿਤਵ ਦੀ ਕਰਨੀ ਹੈ ਕਿ ਮੇਰੇ ਅੰਦਰ ਜੋ ਸੀ ਉਹਨੂੰ ਮੈਂ ਹੌਸਲੇ ਤੇ ਦਲੇਰੀ ਨਾਲ ਲੋਕਾਂ ਦੇ ਅੱਗੇ ਪ੍ਰੈਜ਼ੈਂਟ ਕਰਤਾ ਕਿ ਨਹੀਂ ਕਰਤਾ। ਅਦਰਵਾਈਜ਼ ਤਾਂ ਜੇ ਮੇਰੇ ਅੰਦਰ ਗਿੱਧਾ ਸੀ, ਮੈਂ ਇਸ ਨੂੰ ਪ੍ਰੈਜ਼ੈਂਟ ਨਾ ਕਰਦਾ, ਤੇ ਮੈਨੂੰ ਲੱਗਦਾ ਜਾਂ ਮੈਂ ਸਿਰਫ ਜਿਉਂਦਾ ਹੁੰਦਾ ਜਾਂ ਫਿਰ ਮਰਦਾ। ਇੱਥੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਡੇ ਅੰਦਰ ਗਿੱਧੇ ਦਾ ਜਜ਼ਬਾ ਸੀਗਾ ਤੇ ਤੁਸੀਂ ਇਸ ਗਿੱਧੇ ਦੇ ਜਜ਼ਬੇ ਨੂੰ ਲੈ ਕੇ ਅੱਗੇ ਚੱਲੇ। ਇਸ 'ਚ ਇੱਕ ਮੋਟੀ ਜਿਹੀ ਗੱਲ ਇਹ ਆਉਂਦੀ ਹੈਗੀ ਕਿ ਤੁਸੀਂ ਇਕੱਲੇ ਗਿੱਧਾ ਨਹੀਂ ਪਾਉਂਦੇ, ਤੁਸੀਂ ਇੱਕ ਟੀਮ ਬਣਾਉਂਦੇ ਹੋ। ਅਸੀਂ ਕਈ ਜਗ੍ਹਾ ਤੁਹਾਡੇ ਇੰਟਰਵਿਊ 'ਚ ਇਹ ਵੀ ਸੁਣਿਆ ਕਿ ਤੁਹਾਡੇ ਕੋਲ ਇੱਕ ਟਾਈਮ ਤੇ 25-30 ਮੁੰਡਿਆਂ ਦੀ ਟੀਮ ਹੁੰਦੀ ਹੈ ਜਿਹੜੀ ਗਿੱਧਾ ਪਾਉਂਦੀ ਹੈ। ਮੈਂ ਇਹ ਪੁੱਛਣਾ ਚਾਹੂੰਗਾ ਕਿ ਉਹ ਮੁੰਡੇ ਤੁਹਾਨੂੰ ਅਪਰੋਚ ਕਰਦੇ ਆ ਜਾਂ ਤੁਸੀਂ ਮੁੰਡਿਆਂ ਨੂੰ ਯੂਥ ਫੈਸਟੀਵਲ 'ਚੋਂ ਕੱਢ ਕੇ ਲਿਆਉਂਦੇ ਹੋ ਕਿ ਤੁਸੀਂ ਸਾਡੇ ਨਾਲ ਗਿੱਧਾ ਪਾਣਾ ਹੋ? ਨਹੀਂ ਜੀ, ਦੇਖੋ, ਇੱਕ ਤਾਂ ਇੱਥੇ ਤੁਹਾਡਾ ਵੱਡਾ ਸਵਾਲ ਇਹ ਹੈ ਕਿ ਆਮ ਤੌਰ ਤੇ ਯੂਥ ਫੈਸਟੀਵਲਸ ਹੁੰਦੇ ਨੇ ਜਿਹੜੇ ਸੌਰੀ, ਉਹਨਾਂ ਦਾ ਜਿਹੜਾ ਸੀਨ ਹੈ ਉਹ ਵੱਖਰਾ ਹੁੰਦਾ ਹੈ। ਪਰ ਮੇਰਾ ਲੋਕ ਰੰਗ ਨੂਰ ਆਰਟ ਚੈਨਲ ਹੈ ਜਿਹੜਾ YouTube ਤੇ, ਉਹਨੂੰ ਸਾਰੇ ਲੋਕ ਦੇਖਦੇ ਨੇ। ਉਹਦੇ ਵਿੱਚ ਜਦੋਂ ਉਸ ਮੇਰੀਆਂ ਵੀਡੀਓਜ਼ ਦੇਖਦੇ ਨੇ ਤਾਂ ਉਹ ਮੁੰਡੇ ਜਿਨ੍ਹਾਂ ਦੇ ਅੰਦਰ ਕੋਈ ਗਿੱਧੇ ਦੀ ਜੋਤ ਜਗਦੀ ਹੈ ਤਾਂ ਉਹ ਮੈਨੂੰ ਅਪਰੋਚ ਕਰਦੇ ਨੇ, ਤੇ ਫਿਰ ਕਈ ਵਾਰੀ ਅਸੀਂ ਕਾਲ ਕਰ ਲੈਂਦੇ ਆ ਉਹਨੂੰ ਜੁਆਇਨ ਕਰਾਉਣ ਦੀ, ਫਿਰ ਅਸੀਂ ਧੋਖਾ ਵੀ ਖਾ ਜਾਂਦੇ ਆ ਹਨਾ। ਪਰ ਕਈ ਜਿਹੜੇ ਆਰਟਿਸਟ ਨੇ 2-2 3-3 ਸਾਲ ਸਾਡੀਆਂ ਮਿਹਨਤਾਂ ਕਰਦੇ ਨੇ, ਉਹਨਾਂ ਨੂੰ ਤਪਾ ਕੇ ਅਸੀਂ ਜਦੋਂ ਜੁਆਇਨ ਕਰਦੇ ਆ, ਪਰ ਉਹ ਸਾਡੇ ਨਾਲ ਫਿਰ ਲੌਂਗ ਟਾਈਮ ਚੱਲਦੇ ਨੇ। ਤਾਂ ਹੁਣੇ ਸਾਡੇ ਨਾਲ ਅੱਜ ਹੀ ਇੱਕ ਮਿਸ ਹੈਪਨਿੰਗ ਹੋਈ ਹੈ ਕਿ ਇੱਕ ਆਰਟਿਸਟ ਬੜੀ ਕਾਹਲੀ ਦੇ ਵਿੱਚ, ਯੰਗ ਆਰਟਿਸਟ ਮੇਰੇ ਨਾਲ ਜੁੜਿਆ, ਅਸੀਂ ਉਹਦਾ ਅੱਗਾ ਪਿੱਛਾ ਨਹੀਂ ਫਰੋਲਿਆ, ਤੇ ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹ ਤਾਂ ਬੜਾ ਹੀ ਇਨਡਿਸਿਪਲਿਨਡ ਪਰਸਨ ਹੈ, ਜਿਹਦੀ ਵਜ੍ਹਾ ਕਰਕੇ ਅੱਜ ਥੋੜਾ ਜਿਹਾ ਮੈਂ ਟੈਨਸ਼ਨ 'ਚ ਵੀ ਹਾਂ। ਇਸ ਕਰਕੇ ਆਰਟਿਸਟ ਆਪ ਅਪਰੋਚ ਕਰਦੇ ਨੇ, ਕਿਉਂਕਿ ਉਹ ਟਾਈਮ ਸੀ ਜਦੋਂ ਅਸੀਂ ਸਟਾਰਟ ਕੀਤਾ ਸੀ, ਉਦੋਂ ਸਾਨੂੰ ਅੱਗੇ ਤੇ ਅੱਗੇ ਲੜੀ ਜੋੜਨੀ ਪੈਂਦੀ ਸੀ ਕਿ ਕਿਹੜਾ ਮੁੰਡਾ ਹੋ ਸਕਦਾ ਜਿਹੜਾ ਸਾਡੇ ਨਾਲ ਜੁਆਇਨ ਕਰਕੇ ਸਾਡੇ ਨਾਲ ਗਿੱਧਾ। ਜਦੋਂ ਹੁਣ ਗਿੱਧਾ ਚੱਲ ਪਿਆ YouTube ਤੇ ਵਰਲਡ ਵਾਈਡ ਮੇਰੀਆਂ ਵੀਡੀਓਜ਼ ਦੇਖੀਆਂ ਜਾਂਦੀਆਂ ਨੇ, ਹੁਣ ਆਪਣੇ ਆਪ ਅਪਰੋਚ ਕਰਦੇ ਨੇ ਆਰਟਿਸਟ, ਤੇ ਹੁਣ ਪਿਕ ਐਂਡ ਚੂਜ਼ ਕਰਨਾ ਪੈਂਦਾ, ਸਿਲੈਕਸ਼ਨ ਕਰਨੀ ਪੈਂਦੀ ਹੈ, ਦੇਖਣਾ ਪੈਂਦਾ, ਕਿਉਂਕਿ ਤੁਹਾਨੂੰ ਪਤਾ ਕਿ ਹਰ ਫੀਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਜਰਾਇਮ ਪੇਸ਼ਾ ਲੋਕ ਵੀ ਐਡ ਹੋ ਸਕਦੇ ਨੇ। ਵੱਡੀਆਂ ਮੁਹਿੰਮਾਂ ਜਰਾਇਮ ਪੇਸ਼ਾ ਲੋਕ ਖਰਾਬ ਕਰ ਦਿੰਦੇ ਨੇ। ਕਈ ਵਾਰੀ ਅਗਲਾ ਕਹਿੰਦਾ ਜੀ ਅਸੀਂ ਨੂਰ ਆਰਟ ਦੇ ਵਿੱਚ ਜੁਆਇਨ ਕਰਾਂਗੇ ਤੇ ਉੱਥੇ ਸਾਨੂੰ ਕੁੜੀਆਂ ਬਣਨ ਦੀ ਵੀ ਖੁੱਲ੍ਹ ਹੋਊਗੀ, ਹੋਰ ਪਤਾ ਨਹੀਂ ਕਿਹੜੀ ਚੀਜ਼ ਦੀ ਖੁੱਲ੍ਹ ਹੈ, ਪਰ ਇਹ ਬਹੁਤਿਆਂ ਦਾ ਭੁਲੇਖਾ ਹੁੰਦਾ ਹੈ ਕਿ ਕੋਈ ਖੁੱਲ੍ਹ ਨਹੀਂ ਹੈ, ਕਿ ਅਸੀਂ ਡਿਸਿਪਲਿਨਡ ਆ, ਠੀਕ ਹੈ ਜੀ। ਹਾਂ, ਪੇਮੈਂਟਸ ਵੀ ਦੇਣੀਆਂ ਨੇ ਪਰ ਅਗਲੇ ਤੋਂ ਕੰਮ ਵੀ ਵਧੀਆ ਲੈਣਾ, ਪਰ ਡਿਸਿਪਲਿਨਡ ਵੀ ਹੈ। ਇਸ ਕਰਕੇ ਇਦਾਂ ਚੱਲੀ ਜਾਂਦਾ। ਹੁਣ ਮੇਰਾ ਅਗਲਾ ਸਵਾਲ ਇਹ ਹੋਏਗਾ ਕਿ ਮੁੰਡੇ ਤੁਹਾਡਾ ਗਿੱਧਾ ਦੇਖ ਕੇ ਤੁਹਾਨੂੰ ਅਪਰੋਚ ਕਰਦੇ, ਕਦੀ ਕਿਸੇ ਕੁੜੀ ਨੇ ਵੀ ਤੁਹਾਨੂੰ ਕਿਹਾ ਹੈਗਾ ਕਿ ਮੈਂ ਤੁਹਾਡੇ ਗਰੁੱਪ 'ਚ ਸ਼ਾਮਿਲ ਹੋਣਾ ਚਾਹੁੰਦੀ ਹਾਂ, ਕਿ ਮੇਰੇ 'ਚੋਂ ਲੋਚ ਹੈਗੀ ਹੈ, ਮੇਰੇ 'ਚੋਂ ਲਚਕ ਹੈਗੀ ਹੈ, ਤੇ ਮੈਂ ਤੁਹਾਡੇ ਨਾਲ ਬਰਾਬਰ ਗਿੱਧਾ ਪਾ ਸਕਦਾ? ਹਾਂਜੀ, ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ, ਕੁੜੀਆਂ ਦੀਆਂ ਵੀ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਵੀ ਅਸੀਂ ਤੁਹਾਨੂੰ ਜੁਆਇਨ ਕਰਨਾ,
ਪਰ ਮੇਰਾ ਉਹਨਾਂ ਲਈ ਇੱਕੋ ਹੀ ਜਵਾਬ ਹੁੰਦਾ ਕਿ ਬੀਬਾ ਥੈਂਕ ਯੂ, ਤੁਸੀਂ ਪਸੰਦ ਕਰਦੇ ਹੋ, ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ, ਪਰ ਮੇਰੀਆਂ ਕੁਝ ਲਿਮਿਟੇਸ਼ਨਸ ਨੇ, ਮੇਰੇ ਕੁਝ ਅਸੂਲ ਨੇ ਕਿ ਅਸੀਂ ਕੁੜੀਆਂ ਨੂੰ ਜੁਆਇਨ ਨਹੀਂ ਕਰਾਉਣਾ ਤੇ ਨਾ ਅਸੀਂ ਕਰਵਾ ਸਕਦੇ ਹਾਂ। ਹਾਂ, ਮੈਨੂੰ ਦੇਖ ਕੇ ਬਹੁਤ ਸਾਰੇ ਏਰੀਆਜ਼ ਦੇ ਵਿੱਚ, ਹੁਣ ਥੋੜੇ ਦਿਨ ਪਹਿਲਾਂ ਫੇਸਬੁੱਕ ਤੇ ਦੇਖਿਆ, 1-2 ਗਰੁੱਪ ਦੇਖੇ ਤੇ ਉਹ ਕੁੜੀਆਂ ਬਿਲਕੁਲ ਡਿਟੋ ਸਟਾਰਟ ਨੂੰ ਸਾਡੀਆਂ ਵਾਲੀਆਂ ਬੋਲੀਆਂ, ਸਾਡੇ ਵਾਲੇ ਸਟਾਈਲ 'ਚੋਂ ਕੰਮ ਕਰ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਡੇ ਵਾਲੇ ਕੰਮ ਨੂੰ ਲੋਕ ਬਹੁਤ ਪਸੰਦ ਕਰਨ ਲੱਗ ਗਏ ਤੇ ਇਸ ਕਰਕੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦੂਜੇ ਡੀਜੇ ਵਗੈਰਾ ਦੇ ਗਰੁੱਪਾਂ ਨਾਲ ਵੀ ਕੁੜੀਆਂ ਕੰਮ ਕਰਦੀਆਂ ਸੀ, ਉਹ ਵੀ ਹੌਲੀ-ਹੌਲੀ ਇਹ ਫੀਲਡ 'ਚ ਆਉਣਗੀਆਂ, ਪਰ ਉਹਨਾਂ ਨੂੰ 10, 15, 20 ਸਾਲ ਲੱਗਣਗੇ। ਗਿੱਧਾ ਪਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ। ਗਿੱਧਾ ਤਰਵੈਣੀ ਹੈ, ਗਿੱਧੇ ਨੂੰ ਤਰਵੈਣੀ ਕਹਿ ਸਕਦੇ ਆ। ਇੱਕ ਡੀਜੇ ਲਾ ਕੇ ਵੱਡੇ ਆਰਟਿਸਟਾਂ ਦੇ ਰਿਐਕਸ਼ਨ ਕਰਕੇ, ਬੇਸ਼ੱਕ ਉਹ ਵੀ ਬਹੁਤ ਜ਼ੋਰ ਦਾ ਕੰਮ ਹੈ, ਉਹ ਨੱਚ ਲੈਣਾ ਇੱਕ ਵੱਖਰੀ ਗੱਲ ਹੈ, ਪਰ ਗਿੱਧਾ 3 ਚੀਜ਼ਾਂ ਦੀ ਤਰਵੈਣੀ ਹੈ: ਨਾਚ, ਤਾਲ ਤੇ ਸਿੰਗਿੰਗ। ਆਪੇ ਹੀ ਗਾਉਣਾ, ਆਪੇ ਹੀ ਨੱਚਣਾ ਤੇ ਆਪੇ ਹੀ ਤਾੜੀ ਮਾਰ ਕੇ ਆਪਣੇ ਆਪ ਨੂੰ ਰਿਦਮ ਦੇਣਾ। ਇਸ ਕਰਕੇ ਆਮ ਤੌਰ ਤੇ ਇਹੀ ਹੁੰਦਾ ਵੀ ਛੜੱਪੇ ਜੇ ਮਾਰੀ ਜਾਂਦੀਆਂ ਨੇ ਕੁੜੀਆਂ ਯੂਥ ਫੈਸਟੀਵਲਸ ਦੇਖੀਦਾ ਸੀਗਾ, ਕਿਉਂਕਿ ਜਦੋਂ ਯੂਥ ਫੈਸਟੀਵਲ ਦੀ ਤਿਆਰੀ ਕਰਾਉਣ ਜਾਈਦਾ ਸੀ ਤਾਂ ਕਈ ਵਾਰੀ ਪ੍ਰੋਫੈਸਰ ਕਹਿ ਦਿੰਦੇ ਹੁੰਦੇ ਸੀ ਕਿ ਕੁੜੀਆਂ ਨੂੰ ਤਾਂ ਗਿੱਧਾ ਆਉਂਦਾ ਹੀ ਹੁੰਦਾ, ਪਰ ਜਦੋਂ ਉਸ ਲੈਵਲ ਦਾ ਗਿੱਧਾ ਲੈ ਕੇ ਜਾਣਾ ਤਾਂ ਫਿਰ ਬੜਾ ਕੁਝ ਬੱਚਿਆਂ ਨੂੰ ਦੱਸਣਾ ਪੈਂਦਾ। ਇਸ ਕਰਕੇ ਆਉਣ ਵਾਲੇ 15-20 ਸਾਲਾਂ ਦੇ ਵਿੱਚ ਨੂਰ ਜ਼ੋਰਾ ਨਹੀਂ ਹੋਊਗਾ, ਪਰ ਟੀਮਾਂ ਬਹੁਤ ਸਾਰੀਆਂ ਹੋਣਗੀਆਂ ਤਾਂ ਇਸ ਫੀਲਡ 'ਚ ਕੁੜੀਆਂ ਵੀ ਆ ਜਾਣਗੀਆਂ। ਪਰ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਹੈ ਕਿ ਖੜੇ-ਖੜੇ ਕ੍ਰੀਏਸ਼ਨ ਕਰਨੀ, ਖੜੇ-ਖੜੇ ਬੋਲੀਆਂ ਬਣਾ ਦੇਣੀਆਂ, ਖੜੇ-ਖੜੇ ਐਕਸ਼ਨ ਬਣਾ ਦੇਣਾ, ਹੈ ਨਾ, ਉਹ ਇੱਕ ਵੱਖਰੀਆਂ ਗੱਲਾਂ ਹੁੰਦੀਆਂ ਨੇ। ਕ੍ਰੀਏਟਿਵ ਮਾਈਂਡ ਹੁੰਦਾ। ਉਹ ਸਭ ਤਾਂ ਹੈ ਹੀ, ਹੈ ਨਾ। ਮੈਂ ਇੱਥੇ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ, ਜੇ ਆਪਾਂ ਕਿਸੇ ਵੀ ਕਲਚਰ ਦੀ ਗੱਲ ਕਰੀਏ, ਭਾਵੇਂ ਤੁਸੀਂ ਗਿੱਧੇ ਦੀ ਗੱਲ ਕਰ ਲਓ ਜਾਂ ਤੁਸੀਂ ਬੋਲੀ ਦੀ ਗੱਲ ਕਰ ਲਓ ਜਾਂ ਭਾਸ਼ਾ ਦੀ ਗੱਲ ਕਰ ਲਓ, ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰੂੰਗਾ, ਹਿੰਦੁਸਤਾਨ 'ਚ ਹਰ 100 ਮੀਟਰ ਤੇ ਜਾ ਕੇ ਤੁਹਾਡੀ ਬੋਲੀ ਬਦਲ ਜਾਂਦੀ ਹੈ, ਤੁਹਾਡਾ ਆਬੋ ਹਵਾ ਬਦਲ ਜਾਂਦਾ, ਤੁਹਾਡਾ ਨੱਚਣ ਗਾਉਣ ਦਾ ਸਟਾਈਲ ਬਦਲ ਜਾਂਦਾ। ਤੇ ਜਿੱਦਾਂ ਜੇ ਅਸੀਂ ਗੱਲ ਕਰੀਏ ਤਾਂ ਮਾਝੇ ਦਾ ਗਿੱਧਾ ਇੱਕ ਅਲੱਗ ਤਰ੍ਹਾਂ ਦਾ ਹੈਗਾ, ਮਾਲਵੇ ਦਾ ਗਿੱਧਾ ਅਲੱਗ ਤਰ੍ਹਾਂ ਦਾ। ਤੇ ਤੁਹਾਨੂੰ ਕਦੀ ਇਦਾਂ ਦੀ ਔਕੜ ਨਹੀਂ ਆਉਂਦੀ ਕਿ ਤੁਸੀਂ ਮਾਝੇ ਜਾ ਕੇ ਜੇ ਮਾਲਵੇ ਵਾਲਾ ਗਿੱਧਾ ਪਾਤਾ ਜਾਂ ਮਾਲਵੇ ਆ ਕੇ ਮਾਝੇ ਵਾਲਾ ਗਿੱਧਾ ਪਾਤਾ ਤੇ ਉਹ ਕਹਿਣ ਨਹੀਂ ਜੀ ਇਹ ਤਾਂ ਸਾਡੇ ਕਲਚਰ ਨਾਲ ਨਹੀਂ ਰਲਦਾ? ਨਹੀਂ, ਇਦਾਂ ਦੀ ਔਕੜ ਨਹੀਂ ਆਈ। ਇਹ ਹੁੰਦਾ ਹੈ ਕਿ ਪਹਿਲਾਂ ਤਾਂ ਇਹ ਕਿ ਜਦੋਂ ਮੈਂ ਇਸ ਫੀਲਡ 'ਚ ਪੈਰ ਧਰਿਆ ਤਾਂ ਮੈਂ ਪੈਰ ਉਦੋਂ ਹੀ ਧਰਿਆ ਜਦੋਂ ਮੈਂ ਬਹੁਤ ਸਾਰਾ ਫੀਲਡ ਵਰਕ ਕਰ ਲਿਆ ਸੀ। ਮੈਨੂੰ ਮੇਰੇ ਮਨ ਦੇ ਵਿੱਚ ਉਹ ਬਰੀਕੀਆਂ ਗਿੱਧੇ ਦੀਆਂ, ਹਰ ਖੇਤਰ ਦੇ ਗਿੱਧੇ ਦੀਆਂ ਬਰੀਕੀਆਂ ਜਦੋਂ ਜਜ਼ਬ ਹੋ ਗਈਆਂ ਤੇ ਮੈਂ ਉਦੋਂ ਹੀ ਫਿਰ ਇਸ ਫੀਲਡ 'ਚ ਪੈਰ ਧਰਿਆ। ਹੁਣ ਅਸੀਂ ਕੱਲ ਫੰਕਸ਼ਨ ਲਾਇਆ ਫਿਰੋਜ਼ਪੁਰ, ਤਾਂ ਉੱਥੇ ਉਹਨਾਂ ਦੀ ਰਿਸ਼ਤੇਦਾਰੀ 'ਚ 4-5 ਬੀਬੀਆਂ ਮਾਝੇ ਵਾਲੀ ਸਾਈਡ ਤੋਂ ਆਈਆਂ ਹੋਈਆਂ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਨੱਚੀਆਂ ਤੇ ਉਹਨਾਂ ਦਾ ਮਾਝੇ ਵਾਲਾ ਸਟਾਈਲ ਸੀ ਤੇ ਅਸੀਂ ਵੀ ਉਹਨਾਂ ਨਾਲ ਉਸੇ ਸਟਾਈਲ 'ਚ ਨੱਚੇ, ਹੈ ਨਾ, ਕਿਉਂਕਿ ਉਹਨਾਂ ਦਾ ਜਿਹੜਾ ਆਰਟ ਹੈ ਜਦੋਂ ਤੁਸੀਂ ਉਹਨੂੰ ਇੱਕਦਮ ਦੇਖ ਕੇ ਜਜ਼ਬ ਕਰ ਲੈਂਦੇ ਹੋ ਨਾ ਤਾਂ ਉਹਨਾਂ ਨੂੰ ਇਹ ਨਹੀਂ ਲੱਗਿਆ। ਤੇ ਮਾਲਵੇ ਵਾਲੀ ਸਾਈਡ ਗਏ ਤਾਂ ਅਸੀਂ ਫਿਰੋਜ਼ਪੁਰ ਹਾਂ, ਬੇਸ਼ੱਕ ਫਿਰੋਜ਼ਪੁਰ ਨੂੰ ਮਾਲਵੇ 'ਚ ਗਿਣਦੇ ਆ, ਪਰ ਫਿਰੋਜ਼ਪੁਰ ਵਾਲੇ ਅੰਮ੍ਰਿਤਸਰ ਨੂੰ ਬਹੁਤ ਨੇੜੇ ਮੰਨਦੇ ਨੇ ਵੀ ਅੰਮ੍ਰਿਤਸਰ ਤਰਨਤਾਰਨ ਸਾਡੇ ਨੇੜੇ, ਉਹ ਚੰਡੀਗੜ੍ਹ ਨੂੰ ਨੇੜੇ ਨਹੀਂ ਮੰਨਦੇ, ਹੈ ਨਾ, ਪਟਿਆਲੇ ਨੂੰ ਉਹ ਨੇੜੇ ਨਹੀਂ ਮੰਨਦੇ, ਕਿਉਂਕਿ ਇੱਕ ਏਰੀਆ ਹੁੰਦਾ ਉਹਨਾਂ ਦਾ ਮਾਈਂਡ ਸੈੱਟ ਹੋਇਆ ਹੁੰਦਾ ਵੀ ਇੱਧਰਲੇ ਪਾਸੇ ਨੂੰ ਰਿਸ਼ਤੇ ਕਰਨੇ ਨੇ, ਇੱਧਰਲੇ ਪਾਸੇ ਵਾਲੇ ਸਾਡੇ ਰਿਸ਼ਤੇਦਾਰ ਨੇ, ਹੈ ਨਾ। ਤੇ ਕਦੇ ਦਿੱਕਤ ਨਹੀਂ ਆਈ। ਉਹਦੀ ਵਜ੍ਹਾ ਇਹੀ ਹੈ ਕਿ ਪਹਿਲਾਂ ਮੈਂ ਫੀਲਡ 'ਚ ਗਿਆ, ਜੇ ਕਿਸੇ ਫਰੈਂਡ ਦੇ ਰਿਸ਼ਤੇਦਾਰਾਂ 'ਚ ਵਿਆਹ ਵੀ ਹੋਣਾ ਤਾਂ ਉੱਥੇ ਜਾ ਕੇ ਦੇਖਣਾ ਵੀ ਮੈਨੂੰ ਭਾਈ ਲੱਡੂ ਜਲੇਬੀਆਂ ਦੀ ਲੋੜ, ਬੀਬੀਆਂ ਗਿੱਧਾ ਕਿੱਥੇ ਪਾਉਂਦੀਆਂ ਜਾਂ ਕੀ ਗਾਉਂਦੀਆਂ, ਉਹ ਦਿਖਾ ਦਿਓ ਮੈਨੂੰ। ਤੇ ਉਸੇ ਵਜ੍ਹਾ ਕਰਕੇ ਕਦੇ ਦਿੱਕਤ ਨਹੀਂ ਆਈ ਹਰ ਏਰੀਏ ਦਾ। ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਇੱਦਾਂ ਦੇ ਏਰੀਏ 'ਚ ਜਾਂਦੇ ਹਾਂ ਜਿੱਥੇ ਅਸੀਂ ਕਦੇ ਨਹੀਂ ਗਏ ਤਾਂ ਮੇਰੇ ਮਨ ਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਬਜ਼ੁਰਗ ਔਰਤਾਂ, ਬੀਬੀਆਂ ਜਿਹੜੀਆਂ ਖੜੀਆਂ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਤਸ਼ਾਹਿਤ ਕਰਕੇ ਗਿੱਧੇ ਦੇ ਪਿੜ 'ਚ ਵਾੜਿਆ ਜਾਵੇ ਤਾਂ ਕਿ ਦੇਖਿਆ ਜਾਵੇ ਕਿ ਇਸ ਏਰੀਆ ਦੀਆਂ ਬੀਬੀਆਂ ਕਿਵੇਂ ਨੱਚਦੀਆਂ ਨੇ। ਤੇ ਫਿਰ ਉਹ ਦੂਸਰੀ ਗੱਲ ਇਹ ਹੁੰਦੀ ਹੈ ਕਿ ਇੱਕ ਸ਼ਾਹੀ ਚੱਟ ਵਾਲੀ ਗੱਲ ਹੈ ਮੇਰੀ ਤਾਂ, ਕਿ ਜਦੋਂ ਉਹਨਾਂ ਨੂੰ ਦੇਖਣਾ ਮੇਰਾ ਦਿਮਾਗ ਉਸ ਵਕਤ ਹੀ ਉਹ ਚੀਜ਼ ਨੂੰ ਜਜ਼ਬ ਕਰ ਲੈਂਦਾ ਕਿ ਇਹ ਐਂ ਨੱਚਦੀਆਂ ਨੇ, ਇਸ ਏਰੀਆ 'ਚ ਐਕਣ ਨੱਚਦੀਆਂ। ਮੈਂ ਇੱਥੇ ਗੱਲ ਹੋਰ ਪੁੱਛਣਾ ਚਾਹਾਂਗਾ, ਜਿੱਦਾਂ ਆਪਾਂ ਬੋਲੀਆਂ ਦੀ ਲੋਕ ਗੀਤਾਂ ਦੀ ਗੱਲ ਕਰੀਏ, ਕਈ ਲੋਕ ਗੀਤ ਹੈਗੇ ਉਹ ਬੜੇ ਸਿੰਗਰਾਂ ਨੇ ਜਾਂ ਪੁਰਾਣੇ ਹਰ ਏਰੀਏ 'ਚ ਅਲੱਗ-ਅਲੱਗ ਤਰੀਕੇ ਨਾਲ ਗਾਏ ਜਾਂਦੇ। ਕਦੀ ਐਦਾਂ ਦਾ ਕੌਨਫਲਿਕਟ ਜਾਂ ਕਦੀ ਐਦਾਂ ਦੀ ਕੋਈ ਇਹ ਆਲੋਚਨਾ ਨਹੀਂ ਹੋਈ ਕਿ ਤੁਸੀਂ ਇਸ ਗਾਣੇ ਨੂੰ ਤਾਂ ਜੀ ਇਸ ਰਿਦਮ ਨਾਲ ਜਾਂ ਇਸ ਰੂਪ 'ਚ ਗਾਤਾ, ਬਟ ਇਹਦਾ ਬੀਬੀ ਅਸਲੀ ਤਰੀਕਾ ਤਾਂ ਇਹ ਗਾਉਣ ਦਾ ਸੀਗਾ? ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ। ਇਹ ਬੰਦਾ ਇਹ ਚੀਜ਼ ਉਹੀ ਕਹੂਗਾ ਜਿਹੜਾ ਫੀਲਡ 'ਚ ਆਪਣੇ
ਝੋਲਾ ਪਾ ਕੇ ਨਹੀਂ ਘੁੰਮਿਆ। ਦਵਿੰਦਰ ਸਤਿਆਰਥੀ ਜੀ, ਤੁਹਾਨੂੰ ਪਤਾ ਹੈ ਉਹ ਮਤਲਬ ਘਰੋਂ ਨਿਕਲ ਕੇ 2-2 ਸਾਲ ਘਰੇ ਨਹੀਂ ਸੀ ਵੜਦੇ। ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਲੋਕ ਗੀਤ ਇਕੱਠੇ ਕੀਤੇ, ਲੋਕ ਗੀਤਾਂ ਨੂੰ ਸਮਝਿਆ। ਤੇ ਜੇ ਦਵਿੰਦਰ ਸਤਿਆਰਥੀ ਨੂੰ ਕੋਈ ਕਹਿ ਦੇਵੇ ਵੀ ਆਹ ਗੀਤ ਦੀ ਤਰਜ਼ ਗਲਤ ਹੈ ਤਾਂ ਉਹ ਤਾਂ ਰੋਣ ਲੱਗ ਜਾਊਗਾ, ਕਹੂਗਾ ਵੀ ਭਰਾਵੋ ਤੁਹਾਨੂੰ ਪਤਾ ਹੀ ਕੱਖ ਨਹੀਂ। ਮਾਝੇ ਦੇ ਵਿੱਚ ਲੋਕ ਗੀਤਾਂ ਦੀਆਂ ਲਾਈਆਂ ਆ। ਮੈਂ ਨਾ ਐਮਫਿਲ ਕੀਤੀ ਸੀ, ਮੈਂ ਗੁੱਜਰ ਕਬੀਲੇ ਤੇ ਕੰਮ ਕੀਤਾ ਸੀ। ਮੈਂ ਅੱਜ ਕੱਲ੍ਹ YouTube ਤੇ ਵਲੌਗਸ ਵੀ ਪਾ ਰਹੇ ਹਾਂ। ਉਹਨਾਂ ਬੀਬੀਆਂ ਦੇ, ਸਾਡੇ ਗੁਆਂਢ 'ਚ ਰਹਿੰਦੇ ਨੇ ਉਹ, ਉਹਨਾਂ ਦੇ ਘਰੇ ਵਿਆਹ ਸੀ। ਉਹਨਾਂ ਦਾ ਗਾਉਣ ਦਾ ਸਟਾਈਲ, ਗੀਤ ਉਹੀ ਹੈ ਪਰ ਉਹਨੂੰ ਗਾਉਣ ਦਾ ਸਟਾਈਲ ਬੜਾ ਵੱਖਰਾ ਹੈ। ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ, ਹਨਾ। ਤੇ ਜਿਹੜੇ ਬੰਦੇ ਨੇ ਮਿੱਟੀ ਦੇ ਵਿੱਚ, ਮਿੱਟੀ ਨੂੰ ਮੱਥੇ ਨਾਲ ਵੀ ਲਾਇਆ, ਮਿੱਟੀ ਦੀ ਧੁੱਦਲ ਜਦੋਂ ਤੁਰਦੇ ਆ ਤਾਂ ਉਹ ਸਿਰ ਨੂੰ ਵੀ ਚੜੀ ਹੈ, ਫੀਲਡ ਦੇ ਵਿੱਚ ਘੁੰਮ ਕੇ ਗੀਤਾਂ ਦਾ ਮੁਆਇਨਾ ਕੀਤਾ, ਗੀਤ ਸੁਣੇ ਨੇ, ਗੀਤ ਸਿੱਖੇ ਨੇ, ਉਹ ਕਦੇ ਨਹੀਂ ਕਹੂਗਾ ਇਸ ਚੀਜ਼ ਨੂੰ। ਸਿਰਫ ਉਹੀ ਕਹੂਗਾ ਜਿਹੜਾ ਦੂਆ ਪਿੰਡ ਨਹੀਂ ਟੱਪਿਆ, ਉਹਨੂੰ ਐਂ ਲੱਗਦਾ ਵੀ ਇਹਦੀ ਤਾਂ ਤਰਜ਼ ਇਹੀ ਹੈ। ਹੁਣ ਮੈਂ ਤੁਹਾਨੂੰ ਇੱਕੋ ਹੀ ਗੀਤ 5 ਤਰਜ਼ਾਂ 'ਚ ਸੁਣਾ ਸਕਦਾ, ਪਰ ਮੈਂ ਇੱਥੇ ਸੁਣਾਉਂਗਾ ਨਹੀਂ ਕਿਉਂਕਿ ਮੈਨੂੰ ਲੱਗਦਾ ਟਾਈਮ ਬਹੁਤ ਜ਼ਿਆਦਾ ਹੋ ਜਾਊਗਾ, ਹਨਾ। ਤੇ ਮੈਨੂੰ ਲੱਗਦਾ ਬੜੇ ਉਡਾਮੇ ਆਏ। ਇੱਕ ਬਹੁਤ ਵੱਡੇ ਫਿਲਾਸਫਰ ਵੀ ਨੇ, ਸਕਾਲਰ ਵੀ ਨੇ। ਮੈਂ ਜਦੋਂ ਮੇਰਾ ਇੱਕ ਕਣਕ ਤੇ ਛੋਲਿਆਂ ਦਾ ਖੇਤ ਹੌਲੀ ਨਿਸਰ ਗਿਆ, ਉਹ ਗੀਤ ਨਾ ਅਸੀਂ ਰਿਦਮ ਦੇ ਵਿੱਚ ਗਾ ਕੇ, ਬੁਕਤੂ ਵੱਜਿਆ, ਢੋਲਕ ਵੱਜੀ, ਗਿੱਧੇ ਦੀ ਤਾਲ ਦੇ ਉੱਤੇ ਅਸੀਂ ਉਹ ਗਾਇਆ ਤੇ ਉਸ ਗੀਤ ਦੀ ਪ੍ਰੇਜ਼ ਬਹੁਤ ਹੋਈ। ਉਸ ਗੀਤ ਨੇ ਮੈਨੂੰ ਲੋਕ ਰੰਗ ਨੂਰ ਆਰਟ ਨੂੰ ਪਪੂਲਰ ਬਹੁਤ ਕੀਤਾ, ਪਰ ਕੁਝ ਲੋਕਾਂ ਨੇ ਉਸ ਦੀ ਆਲੋਚਨਾ ਵੀ ਕੀਤੀ ਕਿ ਇਹਨੂੰ ਐਦਾਂ ਦੀ ਚੀਜ਼ ਹੈ, ਇਹਨੂੰ ਐਦਾਂ ਦਾ ਹੀ ਰਹਿਣ ਦਿਓ। ਫਿਰ ਮੈਂ ਇਨਡਾਇਰੈਕਟਲੀ ਉਹਨਾਂ ਨੂੰ ਕਾਊਂਟਰ ਕਮੈਂਟ ਕਰਕੇ ਦੱਸਿਆ ਵੀ ਤੁਸੀਂ ਜੋ ਸੁਣਿਆ ਤੁਸੀਂ ਉਹਦੇ ਜੋਗੇ ਰਹੋ, ਉੱਥੋਂ ਅੱਗੇ ਚੱਲੋ। ਜਲੰਧਰ ਤੋਂ ਫਗਵਾੜਾ ਟੱਪੋ, ਫਗਵਾੜੇ ਤੋਂ ਲੁਧਿਆਣਾ ਟੱਪੋ, ਲੁਧਿਆਣੇ ਤੋਂ ਪਟਿਆਲਾ ਟੱਪੋ, ਪਟਿਆਲੇ ਤੋਂ ਅੰਬਾਲਾ ਟੱਪੋ। ਤੁਹਾਨੂੰ ਇੱਕੋ ਗੀਤ ਦੇ ਵਿੱਚ, ਈਵਨ ਮੈਂ ਤੁਹਾਨੂੰ ਇੱਕ ਗੀਤ ਦੱਸਦਾ ਥੋੜਾ ਜਿਹਾ, ਇੱਕ ਗੀਤ ਦੇ ਵਿੱਚ ਮੇਰੇ ਏਰੀਏ ਦੇ ਵਿੱਚ 5 ਪੈਰੇ ਬੋਲੇ ਜਾਂਦੇ ਨੇ, 50 ਕਿਲੋਮੀਟਰ ਤੇ ਉਹਦੇ ਵਿੱਚ 2 ਪੈਰੇ ਐਡ ਹੋ ਜਾਂਦੇ ਨੇ, 100 ਕਿਲੋਮੀਟਰ ਤੇ ਜਾ ਕੇ ਉਹਨਾਂ ਚੋਂ ਇੱਕ ਰਹਿ ਜਾਂਦਾ, ਇੱਕ ਹੋਰ ਐਡ ਹੋ ਜਾਂਦਾ। ਜਿਉਂ-ਜਿਉਂ ਗੀਤ ਚੱਲਦਾ ਹੈ, ਇਲਾਕਾਈ ਪ੍ਰਸੰਗਾਂ ਦੇ ਅਨੁਸਾਰ, ਮਨੁੱਖ ਦੀ ਮਾਨਸਿਕਤਾ ਦੇ, ਕ੍ਰੀਏਟੀਵਿਟੀ ਦੇ ਅਨੁਸਾਰ ਉਹਦੇ ਵਿੱਚ ਨਵੇਂ ਰੰਗ ਕੁਝ ਛੁੱਟ ਜਾਂਦੇ ਨੇ, ਕੁਝ ਰਹਿ ਜਾਂਦੇ ਨੇ। ਹੁਣ ਇੱਕ ਗੀਤ ਹੈ, ਜੋਗੀ ਵਾਲਾ ਗੀਤ ਹੈ, ਸਾਰੇ ਪੰਜਾਬ 'ਚ ਗਾਇਆ ਜਾਂਦਾ। ਅੰਬਾਂ ਤੇ ਤੂੰ ਤਾਂ ਠੰਡੀ ਛਾਂ, ਕੋਈ ਪਰਦੇਸੀ ਜੋਗੀ ਆ ਲੱਦੇ। ਪਹਿਲੀ ਤਾਂ ਗੱਲ ਹੈ ਕਿ ਇਹਦੀ ਜਿਹੜੀ ਤਰਜ਼ ਹੈ ਬੜੀ ਟਿਪੀਕਲ ਹੈ। ਮੋਸਟਲੀ ਸਾਰੇ ਏਰੀਆਜ਼ ਦੇ ਵਿੱਚ ਬਹੁਤ ਹਵਾ ਸਮਾਨ ਫਰਕਾਂ ਨਾਲ ਇੱਕੋ ਸਰ ਗਾਇਆ ਜਾਂਦਾ, ਪਰ ਜਿਨ੍ਹਾਂ ਗੁੱਜਰਾਂ ਤੇ ਮੈਂ ਕੰਮ ਕੀਤਾ, ਜਦੋਂ ਉਹ ਗਾਉਂਦੀਆਂ ਨੇ ਉਹ ਟੋਟਲੀ ਡਿਫਰੈਂਟ ਗਾਉਂਦੀਆਂ ਨੇ, ਠੀਕ ਹੈ। ਇਹ ਜਿਹੜਾ ਜੋਗ, ਇਹਦੇ ਵਿੱਚ ਮੇਰੇ ਏਰੀਏ ਦੇ ਵਿੱਚ 4 ਪੈਰੇ ਹੋਰ ਨੇ। ਬਠਿੰਡੇ ਕਨੀ ਜਾਓਗੇ ਉਹ ਬਦਲ ਗਏ, ਕੁਝ ਹੋਰ ਹੋ ਗਏ। ਮਾਝੇ ਜਾਓਗੇ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ? ਉਹ ਤਾਂ ਉਹੀ ਬੰਦਾ ਕਹਿ ਸਕਦਾ, ਜਾਂ ਤਾਂ ਇਹ ਹੈ ਵੀ ਉਹ ਪੜ੍ਹਿਆ ਹੀ ਨਹੀਂ। ਕਿਉਂਕਿ ਮੇਰਾ ਇੱਕ ਵਿਚਾਰ ਹੈ, ਮੈਂ ਕਿਸੇ ਸਿਆਣਿਆਂ ਤੋਂ ਸੁਣਦਾ ਰਿਹਾ ਕਿ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਛਾਲ ਮਾਰਦੇ ਹੋ ਤਾਂ ਜਿੰਨਾ ਵੀ ਤੁਸੀਂ ਉਸ ਫੀਲਡ ਨੂੰ ਸਿੱਖੋਗੇ ਉਹ ਹੋਰ ਵਿਸ਼ਾਲ ਤੇ ਡੂੰਘਾ ਹੁੰਦਾ ਹੈ। ਜੇ ਤਾਂ ਮੈਂ ਇਹ ਮੰਨ ਲਿਆ, ਜੇ ਮੈਂ ਇਹ ਮੰਨ ਲਿਆ ਵੀ ਜਿੰਨਾ ਭਾਈ ਮੇਰੇ ਉੱਤੇ ਰੱਬ ਅਸਮਾਨ ਹੈ ਉਹੀ ਹੈ, ਫਿਰ ਮੈਂ ਕ੍ਰੀਏਟੀਵਿਟੀ ਨਹੀਂ ਕਰ ਸਕਦਾ। ਮੈਨੂੰ ਜਿੰਨਾ ਚਿਰ ਫਸਟ ਹੈਂਡ ਐਕਸਪੀਰੀਅੰਸ ਨਹੀਂ ਕਿਸੇ ਚੀਜ਼ ਦਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਨਹੀਂ ਯਾਰ ਤਰਜ਼ ਤਾਂ ਆਤੀ, ਇਹਨੇ ਆ ਗਾਤਾ। ਕਿਉਂਕਿ ਅਸੀਂ ਨਾ, ਇਹ ਜਿਹੜੀ ਤੁਹਾਡੇ ਵਾਲੀ ਗੱਲ ਹੈ, ਅਸੀਂ ਯੂਥ ਫੈਸਟੀਵਲਸ ਤੇ ਬੜੇ ਦੇਖਦੇ ਹਾਂ, ਜਦ ਗਿੱਧੇ ਦੀ ਜੱਜਮੈਂਟ ਹੁੰਦੀ ਹੈ, ਉੱਥੇ ਜਿਹੜੀਆਂ ਬੀਬੀਆਂ ਨੂੰ ਪਤਾ ਹੀ ਕੱਖ ਨਹੀਂ ਹੁੰਦਾ, ਉਹ ਹੇਰੇ ਲਾਲਾ ਸੁਣਾਉਣਗੀਆਂ। ਫਿਰ ਉਹਨਾਂ ਨੂੰ ਸਾਡੀ ਬਾਅਦ 'ਚ ਉਹਨਾਂ ਦਾ ਨਚੜਾ ਪੈ ਜਾਂਦੀ ਹੈ ਵੀ ਮੇਰੇ ਏਰੀਏ 'ਚ ਤਾਂ ਬਈ ਆਹ ਗੀਤ ਏਕਣ ਗਾਇਆ ਜਾਂਦਾ, ਤੂੰ ਕਿਵੇਂ ਕਹਿੰਦੀ ਹੈ ਵੀ ਏਕਣ ਹੀ ਗਾਇਆ ਜਾਂਦਾ? ਕਿਉਂਕਿ ਏਰੀਆ ਵਾਈਜ਼ ਜਿਵੇਂ 10 ਪਿੰਡਾਂ ਤੋਂ ਬਾਅਦ ਬੋਲੀ ਬਦਲ ਜਾਂਦੀ ਹੈ। ਆ ਪੁਆਧ ਦਾ ਇਲਾਕਾ ਹੈ ਜਿੱਥੇ ਚੰਡੀਗੜ੍ਹ ਵਸਿਆ ਹੋਇਆ, ਇਸ ਏਰੀਏ ਦੇ ਵਿੱਚ ਜਾ ਕੇ ਦੇਖ ਲਓ, ਇਹ ਬੀਬੀਆਂ ਦਾ ਨਾਚ ਵੀ ਵੱਖਰਾ, ਗਾਉਣਾ ਵੀ ਵੱਖਰਾ, ਦੋਹੇ ਵੀ ਵੱਖਰੇ ਢੰਗ ਨਾਲ, ਗੀਤ ਵੀ ਵੱਖਰੇ ਢੰਗ ਨਾਲ। ਮੇਰਾ ਖੰਨਾ ਏਰੀਆ ਚਲੇ ਜਾਓ ਉੱਥੇ ਹੋਰ ਹੈ, ਤੁਸੀਂ ਜਲੰਧਰ ਏਰੀਆ ਚਲੇ ਜਾਓ ਉੱਥੇ ਹੋਰ ਹੈ। ਈਵਨ ਜਿਹੜਾ ਇਹ ਮਾਲਵੇ ਦੀਆਂ ਵੀ ਬੈਲਟਾਂ ਨੇ, ਦੁਆਬੇ ਦੀਆਂ ਵੀ ਬੈਲਟਾਂ ਨੇ, ਮਾਝੇ ਦੀਆਂ ਵੀ ਬੈਲਟਾਂ ਨੇ। ਮਾਝੇ ਦਾ ਪਠਾਨਕੋਟ ਵਾਲਾ ਏਰੀਆ ਹਿੰਦੀ ਬੈਲਟ ਆ ਜਾਂਦੀ ਹੈ, ਉਹਨਾਂ ਦੇ ਉਹ ਅਸਰ ਹੈ। ਤੇ ਇੱਧਰ ਤੁਸੀਂ ਰੋਪੜ ਵਾਲੇ ਪਾਸੇ ਚਲੇ ਜਾਓ, ਇਹਨੂੰ ਅਸੀਂ ਘਾੜ ਦਾ ਏਰੀਆ ਕਹਿੰਦੇ, ਤੇ ਉੱਥੇ ਹੋਰ ਤਰ੍ਹਾਂ ਦੇ ਗੀਤ ਗਾਉਂਦੀਆਂ। ਇਹ ਚੀਜ਼ ਨੂੰ ਕੀ ਬੰਦਾ ਸਮਝ ਸਕੂਗਾ ਜਿਹੜਾ ਜੁੱਤੀਆਂ ਘਾਸੀਆਂ ਤੁਰੇ ਫਿਰਦੇ ਨੇ ਪਿੰਡ ਜਾ ਕੇ? ਨਹੀਂ ਤਾਂ ਇਹ ਕਹਿਣਗੇ ਨਹੀਂ ਜੀ ਲੈ ਇਹਨੂੰ ਆਏਗਾ। ਤੁਸੀਂ ਹੁਣੇ ਇੱਕ ਗੁੱਜਰ ਕਬੀਲਿਆਂ ਬਾਰੇ ਗੱਲ ਕੀਤੀ ਹੈ, ਮੈਂ ਚਾਹੂੰਗਾ ਜੇ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਕੋਈ ਇੱਕ ਗਾਣਾ, ਉਹ ਜਿਹਨੂੰ ਗੁੱਜਰ ਕਬੀਲਾ ਇਸ ਤਰ੍ਹਾਂ ਗਾਉਂਦਾ ਹੈ ਤੇ ਨਾਰਮਲ ਲੋਕਾਂ ਨੇ ਇਦਾਂ ਸੁਣਿਆ ਹੋਏਗਾ,
ਤਾਂ ਕਿ ਪਤਾ ਲੱਗ ਸਕੇ ਕਿ ਉਹਦੀ ਜਿਹੜੀ ਡੂੰਘ ਹੈ ਉਹ ਕਿੱਥੇ ਹੈਗੀ। ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ। ਸਾਡੀਆਂ ਬੀਬੀਆਂ ਸਿੰਪਲੀ, ਆਵਾਜ਼ ਤਾਂ ਮੇਰੀ ਬਹੁਤੀ ਅੱਛੀ ਨਹੀਂ, ਗੰਦੀ ਹੈ, ਮੈਂ ਟਰਾਈ ਕਰਦਾ ਗਾਉਣ ਦੀ। ਕੱਚੀ ਕੱਚੀ ਕਲੀਆਂ ਨਾ ਤੋੜ, ਬਾਗਾਂ ਦੀ ਆਵੇ ਮਾਲੀਆ, ਬਾਗਾਂ ਦੀ ਆਵੇ ਮਾਲੀਆ, ਇਹਨਾਂ ਕਲੀਆਂ ਦੀ ਬੜੀ ਬੇਬੁਹਾਰ, ਚੁੱਕ ਰਹੀਆਂ ਬੇਟਾਲੀਆਂ। ਇਹ ਸੌਖਾ ਗਾਉਣਾ, ਪਰ ਜਦੋਂ ਗੁੱਜਰ ਕਬੀਲੇ ਵਾਲੀਆਂ ਗਾਉਂਦੀਆਂ ਨੇ, ਟਰਾਈ ਕਰਦਾ, ਗਲਾ ਬਹੁਤ ਗੰਦਾ ਹੋਇਆ ਹੈ। ਕੱਚੀ ਕੱਚੀ ਕਲੀਓ ਨਾ ਤੋੜ, ਬਾਗਾਂ ਦੀ ਆਵੇ ਮਾਲੀਆ, ਇਹਨਾਂ ਕਲੀਆਂ ਦੀ ਬੜੀ ਬੇਬੁਹਾਰ ਹੈ। ਉਹਨਾਂ ਦਾ ਸਟਾਈਲ ਇਹ ਹੈ, ਖੜਮਾ ਸਟਾਈਲ ਹੈ ਉਹਨਾਂ ਦਾ, ਕਿਉਂਕਿ ਉਹਨਾਂ ਦੇ ਜਿੱਦਾਂ ਦਾ ਰਹਿਣ ਸਹਿਣ, ਜਿੱਦਾਂ ਦੇ ਪਸ਼ੂ ਕਬੀਲੇ, ਜਿੱਦਾਂ ਦੇ ਖੁੱਲੇ ਖਲਿਆਣ ਖੇਤਾਂ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਹੈ, ਉੱਦਾਂ ਦੀ ਉਹਨਾਂ ਦੀ ਤਰਜ਼ ਹੈ। ਮੈਂ ਬਹੁਤ ਵਧੀਆ ਨਹੀਂ ਗਾ ਸਕਿਆ। ਤੁਸੀਂ ਮੇਰੇ YouTube ਚੈਨਲ ਤੇ ਓਰੀਜਨਲ ਬੀਬੀਆਂ ਜਦੋਂ ਉਹ ਗਾਉਂਦੀਆਂ, ਉੱਥੇ ਤੁਸੀਂ ਇਹ ਗੀਤ ਸੁਣ ਸਕਦੇ ਹੋ। ਥੋੜੇ ਦਿਨ ਪਹਿਲਾਂ ਵਲੌਗ 'ਚ ਮੈਂ ਪਾਇਆ, ਠੀਕ ਹੈ ਜੀ। ਨਹੀਂ, ਬਟ ਤੁਸੀਂ ਜਿਸ ਤਰੀਕੇ ਨਾਲ ਇਸ ਗਾਣੇ ਨੂੰ ਜਸਟੀਫਾਈ ਕੀਤਾ, ਮੈਂ ਸਮਝਦਾ ਕਿ ਸਾਡੇ ਦਰਸ਼ਕ ਇਹ ਸਮਝ ਚੁੱਕੇ ਹੋਣਗੇ ਕਿ ਨੂਰ ਜ਼ੋਰਾ ਸਿਰਫ ਗਿੱਧੇ ਤੱਕ ਹੀ ਨਹੀਂ, ਉਹਨਾਂ ਨੇ ਪੰਜਾਬੀ ਕਲਚਰ ਦੇ ਵਿੱਚ ਵੜ ਕੇ ਤੇ ਉਸ ਕਲਚਰ ਨੂੰ ਪੂਰੀ ਤਰ੍ਹਾਂ ਸਮਝ ਕੇ ਹੀ ਇਸ ਪ੍ਰੋਫੈਸ਼ਨ ਨੂੰ ਅਜ਼ਮਾਇਆ ਹੈ, ਤੇ ਇਹੀ ਇੱਕ ਕਾਰਨ ਹੈਗਾ ਕਿ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਨੇ। ਰੂਜ, ਮੈਂ ਹੁਣ ਇੱਕ ਅਲੱਗ ਜਿਹੇ ਮਾਹੌਲ ਦੀ ਗੱਲ ਕਰਨਾ ਚਾਹੂੰਗਾ। ਜਿੱਦਾਂ ਅਸੀਂ ਹੁਣੇ ਦੇਖਦੇ ਹਾਂ, ਸਾਡੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲੀ, ਇੱਕ ਕਿਸਾਨ ਅੰਦੋਲਨ ਚੱਲਿਆ, ਸਾਰੇ ਕਲਾਕਾਰਾਂ ਨੇ ਉਸ 'ਚ ਆਪਣਾ ਆਪਣਾ ਯੋਗਦਾਨ ਪਾਇਆ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਕੁ ਸਹੀ ਹੋ ਰਿਹਾ ਹੈ, ਕਿੰਨਾ ਕੁ ਗਲਤ ਹੋ ਰਿਹਾ ਹੈ, ਜਾਂ ਕਿੱਥੇ ਕੁ ਸਰਕਾਰਾਂ ਗਲਤ ਹੈ ਤੇ ਕਿੱਥੇ ਕੁ ਸਾਡੇ ਜਿਹੜੇ ਕਿਸਾਨਾਂ ਦੀ ਮੰਗਾਂ ਉਹ ਜਾਇਜ਼ ਹੈ? ਦੇਖੋ ਜੀ, ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਤੁਸੀਂ ਕੁਐਸਚਨ ਕੀਤਾ। ਉਹ ਸਿਰਫ ਪੰਜਾਬ ਦੇ ਕਿਸਾਨਾਂ ਦੀ ਉਹ ਗੱਲ ਨਹੀਂ ਹੈ, ਇਹ ਸਾਰੇ ਇੰਡੀਆ ਦੇ ਕਿਸਾਨਾਂ ਦੀ ਗੱਲ ਆ ਜਾਂਦੀ ਹੈ। ਤੇ ਮੈਂ ਪੰਜਾਬੀ ਹੋਣ ਦੇ ਨਾਤੇ, ਮੇਰੀ ਲੋਕ ਰੰਗ ਨੂਰ ਆਰਟ ਦੀ ਟੀਮ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਾਂਗੇ ਕਿ ਨੋ ਫਾਰਮਰਸ ਨੋ ਫੂਡ, ਤੇ ਅਸੀਂ ਕਿਸਾਨਾਂ ਦੇ, ਕਿਰਤੀਆਂ ਦੇ, ਮਜ਼ਦੂਰਾਂ ਦੇ ਬਿਲਕੁਲ ਚੁੰਬਸ਼ ਤਰੀਕੇ ਨਾਲ ਉਹਨਾਂ ਦੇ ਹੱਕ 'ਚ ਖੜੇ ਹਾਂ। ਬੀਇੰਗ ਐਨ ਆਰਟਿਸਟ, ਬੀਇੰਗ ਏ ਪੰਜਾਬੀ, ਬੀਇੰਗ ਏ ਕਿਰਤੀ। ਦੇਖੋ, ਅਸੀਂ ਗਿੱਧਾ ਪਾਉਂਦੇ ਹਾਂ, ਇਹ ਵੀ ਸਾਡੀ ਇੱਕ ਕਿਰਤ ਹੈ, ਠੀਕ ਹੈ ਜੀ। ਤੇ ਅਸੀਂ ਬੜੇ ਜੋਸ਼ੋ ਖਰੋਸ਼ ਨਾਲ ਉਹਨਾਂ ਦੇ ਹੱਕ 'ਚ ਖੜੇ ਹਾਂ। ਬੇਸ਼ੱਕ ਅਸੀਂ ਉਹਨਾਂ ਦੇ ਨਾਲ ਜੁਆਇਨ ਨਹੀਂ ਕਰ ਸਕੇ, ਉਹਦੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ, ਪਰ ਜਦੋਂ ਹੀ ਮੌਕਾ ਮਿਲੂਗਾ ਅਸੀਂ ਵੀ ਉਹਨਾਂ ਨੂੰ ਜੁਆਇਨ ਕਰਾਂਗੇ ਉਸ ਧਰਨੇ ਦੇ ਵਿੱਚ। ਬੇਸ਼ੱਕ ਅਸੀਂ ਜਾ ਕੇ ਸੇਵਾ ਕਰੀਏ, ਕਿਉਂਕਿ ਇਹ ਇਕੱਲੇ ਪੰਜਾਬ ਦੇ ਕਿਸਾਨ ਦਾ, ਮਜ਼ਦੂਰ ਦਾ ਜਾਂ ਕਿਰਤੀ ਦਾ ਮਸਲਾ ਨਹੀਂ, ਥਰੂ ਆਊਟ ਇੰਡੀਆ ਕਿਸਾਨ ਦਾ ਮਸਲਾ ਹੋ ਗਿਆ। ਬਾਕੀ ਗੱਲਾਂ ਤਾਂ ਦੇਖੋ ਵੱਡਿਆਂ ਦੇ ਸਮਝਣ ਦੀਆਂ ਨੇ, ਬਹੁਤ ਸਾਰੀਆਂ ਗੱਲਾਂ ਮੈਨੂੰ ਸਮਝ ਵੀ ਨਹੀਂ ਹੋ ਸਕਦੀਆਂ, ਪਰ ਅਸੀਂ ਪੂਰੇ ਤਨ ਮਨ ਤੇ ਧਨ ਦੇ ਨਾਲ ਇਸ ਮੁਹਿੰਮ ਦੀ ਸਪੋਰਟ ਦੇ ਵਿੱਚ ਆ, ਤਾਂ ਕਿ ਸਾਡੇ ਜੋ ਕਿਸਾਨ ਭਰਾ ਨੇ, ਕਿਸਾਨ ਵੀਰ ਨੇ, ਸਾਰੇ ਹਿੰਦੁਸਤਾਨ ਦੇ ਕਿਰਤੀ ਨੇ, ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ, ਉਹਨਾਂ ਦੇ ਹੱਕਾਂ ਦੇ ਉੱਤੇ ਕੋਈ ਛਾਪਾ ਨਾ ਮਾਰ ਸਕੇ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਕੋਈ ਦਾਬਾ ਨਾ ਪਾ ਲਵੇ, ਤਾਂ ਕਿ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਸਾਨੂੰ, ਸਾਡੀ ਇਸ ਪੀੜ੍ਹੀ ਨੂੰ, ਸਾਡੀਆਂ ਇਹਨਾਂ ਮੁਹਿੰਮਾਂ ਨੂੰ, ਸਾਡੀ ਇਸ ਤਨਜ਼ੀਮ ਦੀ ਹਾਰ ਨੂੰ ਲੈ ਕੇ ਇੱਕ ਮਿਹਣੇ ਨਾਲ ਜਿਉਣ। ਅਸੀਂ ਇਹ ਕਹਿੰਦੇ ਹਾਂ ਕਿ ਕਿਸਾਨ, ਸਾਰੇ ਹਿੰਦੁਸਤਾਨ ਦੇ ਕਿਸਾਨ ਦੀ, ਕਿਰਤੀ ਦੀ ਜਿੱਤ ਹੋਵੇ ਤੇ ਤਾਂ ਹੀ ਸਾਰੇ ਲੋਕਾਂ ਦੀ ਜਿੱਤ ਹੈ, ਠੀਕ ਹੈ ਜੀ। ਕਿਉਂਕਿ ਕਿਸਾਨ ਹੈ, ਕਿਰਤੀ ਹੈ, ਜਿਹਨੇ ਭੋਜਨ ਉਪਜਾਉਣਾ ਹੈ, ਤੇ ਜੇ ਉਹ ਬਹੁਤ ਜ਼ਿਆਦਾ ਮਿਕਦਾਰ 'ਚ ਭੋਜਨ ਦੀ ਉਪਜ ਹੋਵੇਗੀ ਤਾਂ ਹੀ ਅਸੀਂ ਬਹੁਤ ਗਿਣਤੀ ਦੇ ਵਿੱਚ ਲੋਕ ਉਸ ਭੋਜਨ ਨੂੰ ਖਾਵਾਂਗੇ, ਆਪਣੇ ਬੱਚਿਆਂ ਨੂੰ, ਆਪਣੇ ਢਿੱਡ ਨੂੰ ਪਾਲਾਂਗੇ। ਇਸ ਕਰਕੇ ਦੇਖੋ, ਜਿਹੜਾ ਉਹ ਪੋਲੀਟੀਕਲ ਮੁੱਦਾ ਉਹਨੂੰ ਆਪਾਂ ਸਾਈਡ ਤੇ ਰੱਖ ਕੇ ਹੀ ਕਹੀਏ ਕਿ ਅਸੀਂ ਤਾਂ ਉਹਨਾਂ ਦੇ ਨਾਲ ਆ, ਤੇ ਅਸੀਂ ਦੁਆ ਕਰਦੇ ਹਾਂ, ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਹਿੰਦੁਸਤਾਨ ਦੇ ਜੋ ਕਿਸਾਨਾਂ ਨੇ ਮੁਹਿੰਮ ਵਿੱਢੀ ਹੈ, ਉਹ ਕਾਮਯਾਬੀ ਦਾ, ਉਸ ਮੁਹਿੰਮ ਨੂੰ ਮੂੰਹ ਦੇਖਣਾ ਪਵੇ, ਤੇ ਵਾਹਿਗੁਰੂ ਕਰੇ ਕਿ ਉਹ ਕਾਮਯਾਬ ਹੀ ਹੋਣਗੇ। ਜਿੱਤ ਲੋਕਾਂ ਦੀ, ਜਿੱਤ ਸੰਘਰਸ਼ ਲੜਦੇ ਲੋਕਾਂ ਦਾ, ਤੇ ਜਿੱਤ ਲੋਕਾਂ ਦੀ। ਮੈਂ ਇੱਕ ਹੁਣ ਹਟ ਕੇ ਇੱਕ ਗੱਲ ਪੁੱਛਣਾ ਚਾਹਾਂਗਾ
ਕਿ ਜਿੱਦਾਂ ਅਸੀਂ ਦੇਖਦੇ ਹਾਂ ਤੁਹਾਡੀ ਸਾਰੀ ਟੀਮ ਲੜਕਿਆਂ ਦੀ ਹੈਗੀ ਹੈ। ਜੇ ਅਸੀਂ ਆਪਣੇ ਦਰਸ਼ਕਾਂ ਨੂੰ ਨਾ ਦੱਸੀਏ ਤਾਂ ਸ਼ਾਇਦ ਇਹ ਦੋਨਾਂ ਨੂੰ ਤਾਂ ਕੋਈ ਪਛਾਣ ਵੀ ਨਹੀਂ ਪਾਏਗਾ ਕਿ ਇਹ ਮੁੰਡੇ ਹੈ ਜਾਂ ਕੁੜੀਆਂ। ਇਹਦੇ ਵਿੱਚ ਜਿਹੜਾ ਤੁਹਾਡਾ ਮੇਕਅਪ ਜਾਂ ਜਿਹੜਾ ਤੁਹਾਡਾ ਲਾਣਪਣ ਹੈਗਾ, ਇਸ 'ਚ ਮੈਂ ਪੁੱਛਣਾ ਚਾਹੂੰਗਾ ਇਹ ਡਰੈਸਿੰਗ ਜਾਂ ਇਹ ਜਿਹੜਾ ਮੇਕਅਪ ਹੈਗਾ ਤੁਸੀਂ ਆਪ ਚੂਜ਼ ਕਰਦੇ ਹੋ ਜਾਂ ਤੁਸੀਂ ਇਹਦੇ ਵਾਸਤੇ ਪ੍ਰੋਫੈਸ਼ਨਲ ਆਰਟਿਸਟ ਰੱਖੇ ਹੋਏ ਹੈਗੇ ਆ ਜਾਂ ਇਹ ਕਿਹਦੀ ਮਿਹਨਤ ਹੈ? ਦੇਖੋ ਜੀ, ਅਸੀਂ ਕੋਈ ਪ੍ਰੋਫੈਸ਼ਨਲ ਆਰਟਿਸਟ ਨਹੀਂ ਰੱਖਿਆ ਹੋਇਆ। ਇਹ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਅਸੀਂ ਜ਼ਿੰਦਗੀ 'ਚ ਚੱਲਦੇ ਹਾਂ, ਹਰ ਗੱਲ ਅਸੀਂ ਨਾ ਮਾਹੌਲ 'ਚੋਂ ਦੇਖ ਕੇ ਸਿੱਖਦੇ ਹਾਂ, ਹਨਾ। ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਦੇਖੋ ਇੱਕ ਤਾਂ ਸ਼ਬਦ ਹੁੰਦਾ ਨਕਲ, ਨਕਲ ਨਾ ਕਹੀਏ ਅਸੀਂ ਇਨਸਪੀਰੇਸ਼ਨ ਕਹਿੰਦੇ ਆ, ਹਨਾ। ਦੇਖਦੇ ਆ ਆਪਾਂ, ਇੰਸਪਾਇਰ ਹੁੰਦੇ ਆ। ਤੇ ਉਸੇ ਤਰ੍ਹਾਂ ਇਹ ਹੈ ਕਿ ਵੈਸੇ ਇਹ ਆਰਟਿਸਟ ਵੱਖ-ਵੱਖ ਫੀਲਡਾਂ ਤੋਂ ਆਏ ਨੇ। ਬਹੁਤ ਸਾਰੇ ਆਰਟਿਸਟਾਂ ਨੇ ਤਾਂ ਮੇਕਅਪ ਦੇ ਡਿਪਲੋਮੇ ਤੇ ਡਿਗਰੀਆਂ ਵੀ ਕੀਤੀਆਂ ਹੋਈਆਂ, ਜਿਸ ਤਰ੍ਹਾਂ ਇਹ ਮੁੰਡਾ ਇਹ ਅੱਜ ਕੱਲ੍ਹ ਇੱਥੇ ਰਾਜਪੁਰੇ ਓਰੇਨ ਦੇ ਵਿੱਚ ਡਿਪਲੋਮਾ ਕਰ ਰਿਹਾ, ਹਨਾ। ਪਰ ਉਸ ਡਿਪਲੋਮੇ ਤੋਂ ਪਹਿਲਾਂ ਹੀ ਉਹ ਕਹਿੰਦਾ ਵੀ ਡਿਪਲੋਮੇ ਵਾਲੀਆਂ ਕੁੜੀਆਂ ਤਾਂ ਕਹਿੰਦੇ ਅਸੀਂ ਤੇਤੋਂ ਹੀ ਸਿੱਖ ਲੈਂਦੀਆਂ, ਹਨਾ। ਤੇ ਇਹ ਹੁੰਦੀ ਹੈ ਪ੍ਰੈਕਟਿਸ। ਜਦੋਂ ਤੁਸੀਂ ਕਿਸੇ ਫੀਲਡ 'ਚ ਪੈ ਜਾਂਦੇ ਹੋ ਤਾਂ ਤੁਸੀਂ ਪ੍ਰੈਕਟਿਸ ਕਰਦੇ ਹੋ, ਤੁਹਾਡਾ ਆਪਣੇ ਆਪੇ। ਹਾਲਾਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਨੂੰ ਮੇਕਅਪ ਨਹੀਂ ਕਰਨਾ ਆਉਂਦਾ, ਇਹ ਸਾਰੇ ਮੇਰੇ ਨਾਲੋਂ ਜ਼ਿਆਦਾ ਵਧੀਆ ਮੇਕਅਪ ਕਰ ਲੈਂਦੇ ਨੇ। ਫਿਰ ਮੈਂ ਸੋਚਣਾ ਕਿ ਚੱਲ ਕੋਈ ਨਹੀਂ, ਮੈਨੂੰ ਕਿਹੜਾ ਕਿਸੇ ਨੇ ਦੇਖਣਾ, ਤੁਸੀਂ ਸੋਹਣੇ ਲੱਗਣੇ ਚਾਹੀਦੇ ਹੋ, ਹਨਾ। ਤੇ ਇਸ ਕਰਕੇ ਇਹ ਹੈ ਵੀ ਇੱਕ ਦੂਜੇ ਨੂੰ ਦੇਖ ਕੇ ਅਸੀਂ ਸਾਰੇ ਇੱਕ ਦੂਜੇ ਤੋਂ ਇੰਸਪਾਇਰ ਹੋ ਕੇ ਮੇਕਅਪ। ਦੂਜੀ ਗੱਲ ਹੈ ਡਰੈਸਿੰਗ ਸੈਂਸ ਦੀ। ਉਹ ਇਹ ਹੈ ਕਿ ਜਦੋਂ ਮੈਂ ਦੇਖੇ ਸਾਡੇ ਸੱਭਿਆਚਾਰ ਦੇ ਰੰਗ, ਸਾਡੇ ਸੱਭਿਆਚਾਰ ਇੱਕ ਮੇਲਾ ਹੈ, ਮੇਲੇ ਦੇ ਰੰਗ ਜਦੋਂ ਮੈਂ ਦੇਖੇ, ਮੈਂ ਜਿੱਦਾਂ ਦੇ ਮੈਂ ਕੱਪੜੇ ਸਮਾਏ, ਹੌਲੀ ਹੌਲੀ ਇਹਨਾਂ ਨੂੰ ਉਦਾਂ ਦੀ ਸੂਝ ਦਿੱਤੀ। ਜਦੋਂ ਮੇਰੇ ਨਾਲ ਐਡ ਆਨ ਹੋਏ ਤੇ ਇਹਨਾਂ ਨੇ ਉਦਾਂ ਦੀਆਂ ਡਰੈਸਿਸ ਸਮਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਸਾਡੀ ਜਿਹੜੀ ਡਰੈਸ ਹੈ, ਤੁਸੀਂ ਦੇਖਦੇ ਹੋ, ਇੱਕ ਸੋਬਰ, ਸੋਫਿਸਟੀਕੇਟਡ, ਇੱਕ ਘਰੇਲੂ ਸੁਆਣੀ ਦੀ ਡਰੈਸ ਹੈ। ਇਹਨੂੰ ਥੋੜਾ ਜਿਹਾ ਗਲੈਮਰਾਈਜ਼ ਕਰ ਲਿਆ, ਮਤਲਬ ਕਿ ਇਹਦੇ ਤੇ ਕੋਈ ਚਮਕਦੀਆਂ ਚੀਜ਼ਾਂ ਲਾ ਲਈਆਂ, ਜਾਂ ਦੁਪੱਟੇ ਦਾ ਸਟਾਈਲ ਹੈ ਕਿੱਦਾਂ ਦਾ ਹੈ, ਇਸ ਤਰ੍ਹਾਂ ਦੁਪੱਟਾ ਪੁਰਾਣੀਆਂ ਬੀਬੀਆਂ ਲੈਂਦੀਆਂ ਸੀ, ਪਰ ਅਸੀਂ ਥੋੜਾ ਜਿਹਾ ਇਹਨੂੰ ਮੋਡੀਫਾਈ ਕਰਕੇ ਹੋਰ ਗਲੈਮਰਸ, ਤਾਂ ਕਿ ਲੁੱਕ ਬਹੁਤ ਅੱਛੀ ਲੱਗੇ। ਮੈਂ ਇੱਥੇ ਗੱਲ ਹੋਰ ਜਾਣਨਾ ਚਾਹਾਂਗਾ ਕਿ ਜਿਹੜਾ ਨਾਰਮਲੀ ਅਸੀਂ ਜੇ ਅੱਜ ਕੱਲ੍ਹ ਦੇ ਸੂਟਾਂ ਦੀ ਜਾਂ ਆਪਾਂ ਪੰਜਾਬੀ ਸੂਟਾਂ ਸਲਵਾਰਾਂ ਦੀ ਗੱਲ ਕਰੀਏ, ਪਰ ਤੁਸੀਂ ਜਿਹੜਾ ਡਰੈਸਿੰਗ ਹੈਗਾ, ਜਿਹੜੀਆਂ ਹੁਣ ਮੈਂ ਦੇਖ ਰਿਹਾ ਹੈਗਾ, ਜਿਹੜੀ ਕਫ ਵਾਲੀਆਂ ਬਾਹਾਂ ਹੈਗੀਆਂ, ਇਹ ਪੰਜਾਬ 'ਚ ਬੜੇ ਪੁਰਾਣੇ ਕਲਚਰ 'ਚ ਚੱਲਦੀਆਂ ਸੀਗੀਆਂ। ਹੁਣ ਸ਼ਾਇਦ ਅੱਜ ਦੀਆਂ ਕੁੜੀਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਇੱਦਾਂ ਦੀਆਂ ਡਰੈਸਾਂ ਵੀ ਹੁੰਦੀਆਂ ਸੀ। ਉਹਨਾਂ ਵਾਸਤੇ ਸ਼ਾਇਦ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਫੈਂਸੀ ਡਰੈਸ ਟਾਈਪ ਦੀ ਚੀਜ਼ ਹੈਗੀ ਹੈ। ਤੇ ਤੁਸੀਂ ਇਹ ਐਡੀ ਗੂੜੀ ਰਿਸਰਚ ਕਿੱਥੋਂ ਕੀਤੀ? ਦੇਖੋ, ਜਿਵੇਂ ਤੁਹਾਨੂੰ ਕਿਹਾ ਕਿ ਫੀਲਡ ਦੇ ਵਿੱਚੋਂ ਬਹੁਤ ਕੁਝ ਪੜ੍ਹਿਆ। ਦੇਖੋ, ਸਾਡੇ ਘਰਾਂ ਦੇ ਵਿੱਚ ਸਾਡੀਆਂ ਦਾਦੀਆਂ, ਚਾਚੀਆਂ, ਮਾਵਾਂ, ਪਿੰਡਾਂ ਦੇ ਵਿੱਚ ਜਿਵੇਂ ਕਹਿੰਦੇ ਵੀ ਜਦੋਂ ਅਸੀਂ ਜੰਮੇ, ਜਿਹੜੀਆਂ ਉਦੋਂ ਜਦੋਂ ਅਸੀਂ ਸੋਝੀ ਸੰਭਾਲੀ ਉਦੋਂ 60 ਸਾਲ ਦੀਆਂ ਸੀ, ਹਨਾ। ਤੇ ਹੁਣ ਜਿਸ ਹਿਸਾਬ ਨਾਲ ਉਮਰ ਦਾ ਪੜਾਅ ਵੱਧਦਾ ਜਾਂਦਾ ਹੈ, ਉਹਨਾਂ ਤੋਂ ਗੱਲਾਂ ਸੁਣੀਆਂ ਤੇ ਉਹਨਾਂ ਦੇ ਈਵਨ ਇਦਾਂ ਦੇ ਕੱਪੜੇ ਪਾਏ ਹੋਏ। ਮੇਰੇ ਗੁਆਂਢ ਦੇ ਵਿੱਚ ਇੱਕ ਬਜ਼ੁਰਗ ਬੀਬੀ ਹੁੰਦੀ ਸੀ, ਤੇਜੋ ਤਾਈ ਜੀ ਕਹਿੰਦੇ ਹੁੰਦੇ ਸੀਗੇ। ਉਹ ਮਤਲਬ ਬੜੀ ਜੜਕ ਮੜਕ ਵਾਲੀ ਜੱਟੀ ਸੀਗੀ। ਇੱਥੇ ਬੈਨ ਵਾਲੀ ਕਾਲਰਾਂ ਵਾਲੀ ਕੁੜਤੀ ਪਾਉਣੀ, ਚਿੱਟੀ ਕੁੜਤੀ ਪਾ ਕੇ ਉਹਨੇ ਸ਼ਹਿਰ ਬਾਜ਼ਾਰ ਜਾਣਾ। ਤੇ ਮਤਲਬ ਉਹ ਉੱਥੋਂ ਇੱਕ ਤੁਹਾਡੇ ਦਿਮਾਗ 'ਚ ਪੈਰਾਡਾਈਮ ਬਣ ਜਾਂਦਾ ਹੈ, ਕਨਸੈਪਟ ਬਣ ਜਾਂਦਾ ਹੈ। ਤੇ ਉਹ ਉੱਥੋਂ ਚੱਕੀਆਂ। ਇਹ ਲੱਗਿਆ ਵੀ ਨਹੀਂ, ਕਿਉਂਕਿ ਉਹ ਬੜੀ ਗ੍ਰੇਸਫੁਲ ਲੱਗ, ਜਦੋਂ ਉਹਨੇ ਆਉਣਾ ਹੱਥ 'ਚ ਤੋਤਿਆਂ ਵਾਲਾ ਝੋਲਾ ਫੜਿਆ ਹੋਣਾ, ਉੱਥੇ ਤਾਂਗੇ ਤੋਂ ਉਤਰ ਕੇ, ਕਿਉਂਕਿ ਉਸ ਵਕਤ ਉਹ ਸਾਡੇ ਪਿੰਡ ਤਾਂਗਾ ਆਉਂਦਾ ਸੀ, ਹਨਾ। ਤੇ ਉਹ ਫਿਰ ਉੱਥੋਂ ਇਹ ਚੀਜ਼ਾਂ ਚੱਕੀਆਂ ਕਿ ਨਹੀਂ। ਦੂਸਰੀ ਗੱਲ ਜਿਹੜੀ ਮੈਂ ਪਹਿਲਾਂ ਵੀ ਕਹੀ ਹੈ ਕਿ ਹਰ ਇਨਸਾਨ ਦੇ ਮਨ 'ਚ ਹੁੰਦਾ ਕਿ ਜੇ ਮੈਂ ਕਿਸੇ ਫੀਲਡ 'ਚ ਨਿਕਲਾਂ, ਦੇਖੋ ਫੀਲਡ ਤਾਂ ਕਲਚਰ ਦਾ ਹੀ ਹੈ। ਇਸੇ ਵਿੱਚ ਬੜੇ ਬੜੇ ਸਿੰਗਰ ਗਾ ਰਹੇ ਨੇ, ਇਸੇ ਵਿੱਚ ਬੜੇ ਬੜੇ ਨੱਚਣ ਵਾਲੇ ਤੇ ਬੜੀਆਂ ਬੜੀਆਂ ਨੱਚਣ ਵਾਲੀਆਂ ਨੱਚ ਰਹੀਆਂ। ਤੇ ਕੁਝ ਵੱਖਰਾ ਕਰਕੇ ਚੱਲੋ। ਜਾਗੋ ਤਾਂ ਕੁੜੀਆਂ ਕੱਢਦੀਆਂ ਆ ਰਹੀਆਂ ਨੇ, ਉਹਨਾਂ ਨੇ ਵੱਡੇ ਵੱਡੇ ਗਲੇ ਪਾਏ ਹੋਏ ਨੇ, ਗਲਾਂ 'ਚ ਚੁੰਨੀਆਂ ਨੇ, ਉੱਪਰ ਪਫ ਕੀਤੇ, ਟਿੱਕਾ ਜਿਹਾ ਲਾ ਲਿਆ, ਸਲੀਵਲੈਸ ਬਾਹਾਂ ਪਾ ਲਈਆਂ। ਤੇ ਮੈਂ ਤਾਂ ਕਬੂਲ ਤਾਂ ਹੀ ਹੋਣਾ ਸੀ ਜੇ ਥੋੜਾ ਵੱਖਰਾ ਚੱਲਦਾ। ਤੇ ਹੁਣ ਸਾਡੀ ਡਰੈਸ ਜਿਹੜੀ ਹੈਗੀ ਹੈ ਕੋਡ ਬਣ ਚੁੱਕੀ ਹੈ। ਸਾਡਾ ਜਿਹੜੇ ਆਊਟਫਿਟਸ ਨੇ ਉਹ ਇੱਕ ਉਹ ਚੀਜ਼ ਬਣ ਚੁੱਕੇ ਨੇ, ਹਨਾ। ਅਗਲਾ ਕਹਿੰਦਾ ਵੀ ਵਾਹ ਕਿਆ ਬਾਤ ਹੈ। ਔਰ ਜਦੋਂ ਅਸੀਂ ਕਿਸੇ ਦੇ ਘਰ ਤਿਆਰ ਹੋ ਕੇ ਜਾਂਦੇ ਹਾਂ, ਪਹਿਲਾਂ ਤਾਂ ਅਗਲਾ ਡਰੈਸ ਦੇਖਦਾ ਨਾ, ਸਾਡੀ ਬੋਲਬਾਣੀ ਤਾਂ ਬਾਅਦ ਚੋਂ ਦੇਖਦਾ, ਕੰਮ ਸਾਡਾ ਬਾਅਦ ਚੋਂ ਦੇਖਦਾ। ਜਦੋਂ ਇੱਕਦਮ ਡਰੈਸ ਦੇਖਦਾ, ਅਗਲਾ ਕਹਿੰਦਾ ਵੀ ਗੱਲ ਤਾਂ ਉਹੀ ਹੁੰਦੀ ਹੈ ਕਿ ਮੂੰਹ 'ਚ ਉਂਗਲੀਆਂ ਨਾ ਪੈ ਜਾਣ, ਹਨਾ। ਹਾਂ, ਇਹ ਤਾਂ ਜਿੱਦਾਂ ਤੁਸੀਂ ਡਰੈਸ ਦੀ ਗੱਲ ਕੀਤੀ ਕਿ ਇਹ ਤੁਹਾਡੀ ਇੱਕ ਸਿਗਨੇਚਰ ਡਰੈਸ ਬਣ ਚੁੱਕੀ ਹੈ, ਜੀ। ਇੱਦਾਂ ਇੱਕ ਮਹਿੰਦੀ ਦਾ ਬੂਟਾ, ਇਹ ਤੁਹਾਡਾ ਉਹ ਗਾਣਾ ਹੈਗਾ ਜਿਹੜਾ ਤੁਹਾਡਾ ਇੱਕ ਟ੍ਰੇਡਮਾਰਕ ਬਣ ਚੁੱਕਿਆ। ਤੇ ਅਸੀਂ ਇਸ ਕਾਰਿਕ੍ਰਮ ਨੂੰ ਖਤਮ ਕਰਨ ਤੋਂ ਪਹਿਲੇ ਚਾਹਾਂਗੇ ਕਿ 2 ਲਾਈਨਾਂ ਤੁਹਾਡੀ ਆਵਾਜ਼ ਸਾਡੇ ਦਰਸ਼ਕ ਜ਼ਰੂਰ ਸੁਣਨ, ਤੇ ਉਹ ਸਾਡੇ ਵਾਸਤੇ ਇੱਕ ਸੌਗਾਤ ਹੈ। ਜੀ ਜੀ। ਮਹਿੰਦੀ ਦਿਆ ਬੂਟਿਆਂ ਵੇ ਤੈਨੂੰ ਲਾਏ ਲਵਾਂ, ਲਗਵਾਏ ਲਵਾਂ। ਮਹਿੰਦੀ ਦਿਆ ਬੂਟਿਆਂ ਵੇ ਮਹਿੰਦੀ ਦਿਆ ਬੂਟਿਆਂ ਵੇ ਤੈਨੂੰ
ਲਗਵਾਏ ਲਵਾਂ ਲਾਉਣੇ ਤਾਂ ਵਾਲਾ ਜੀ ਬਾਬਲ ਦੂਰ ਗਿਆ ਪਰਦੇਸ ਗਿਆ ਲਾਉਣੇ ਤਾਂ ਵਾਲਾ ਜੀ ਬਾਬਲ ਦੂਰ ਗਿਆ ਪਰਦੇਸ ਗਿਆ ਠੀਕ ਹੈ ਜੀ। ਤੇ ਦੋਸਤੋ ਇਹਨੂੰ ਕਹਿੰਦੇ ਹੈਗੇ ਆਪਣੇ ਕਲਚਰ ਦਾ ਰੰਗ ਤੇ ਇਹਨੂੰ ਕਹਿੰਦੇ ਹੈਗੇ ਆਪਣੇ ਕਲਚਰ ਦੇ ਬਾਰੇ ਕੀਤੀ ਹੋਈ ਰਿਸਰਚ ਤੇ ਇਹ ਉਸ ਆਪਣੇ ਕਲਚਰ 'ਚ ਜਮਾਏ ਹੋਏ ਪਿਆਰ ਜਿਹਦੇ ਕਾਰਨ ਇੱਕ ਕਲਾਕਾਰ ਸੱਚਾ ਕਲਾਕਾਰ ਬਣਦਾ ਹੈ। ਤੇ ਮੈਂ ਉਮੀਦ ਕਰਦਾ ਹੈਗਾ ਕਿ ਅੱਜ ਦਾ ਜਿਹੜਾ ਇੰਟਰਵਿਊ ਅਸੀਂ ਲਿੱਤਾ ਹੈਗਾ ਜਾਂ ਅਸੀਂ ਜਿਸ ਕਲਾਕਾਰ ਨੂੰ ਤੁਹਾਡੇ ਨਾਲ ਮਿਲਵਾਇਆ ਹੈਗਾ ਤੁਹਾਨੂੰ ਇਹ ਸਾਡਾ ਕਾਰਜਕ੍ਰਮ ਪਸੰਦ ਆਏਗਾ ਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਤੁਹਾਡੇ ਵਾਸਤੇ ਨਵੇਂ-ਨਵੇਂ ਕਲਾਕਾਰ ਤੇ ਨਵੇਂ-ਨਵੇਂ ਸੱਭਿਆਚਾਰ ਦੇ ਜਿਹੜੇ ਰਖਵਾਲੇ ਹੈਗੇ ਉਹਨਾਂ ਨਾਲ ਮਿਲਵਾਉਂਦੇ ਰਵਾਂਗੇ। ਤੇ ਅਸੀਂ ਅੰਤ ਵਿੱਚ ਨੂਰ ਆਰਟਸ ਤੇ ਸੁਖਮਨੀ ਥ੍ਰੈਡਸ ਦੋਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਕਰਕੇ ਇਹ ਕਾਰਜਕ੍ਰਮ ਮੁਕੰਮਲ ਹੋ ਸਕਿਆ। ਤੇ ਅਸੀਂ ਚਾਹਾਂਗੇ ਸਾਡੇ ਨਾਲ ਸੁਖਮਨੀ ਥ੍ਰੈਡਸ ਤੋਂ ਮੈਡਮ ਸਿਮਰਨ ਜੀ ਵੀ ਹੈਗੇ ਆ। ਮੈਡਮ 2 ਸ਼ਬਦ ਤੁਸੀਂ ਵੀ ਕਹੋ ਤੇ ਤਾਂ ਕਿ ਸਾਡੇ ਚੈਨਲ ਵਾਸਤੇ ਤੁਹਾਡੇ ਵੱਲੋਂ ਵੀ ਇੱਕ ਜਿਹੜੀਆਂ ਫੁਲਕਾਰੀਆਂ ਇਹਨਾਂ ਨੇ ਬੀਬੀਆਂ ਨੇ ਪਾਈਆਂ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਮਿਹਨਤ ਤੁਹਾਡੀ ਹੈ। ਮੈਡਮ ਪਲੀਜ਼ 2 ਮਿੰਟ। ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਮੇਰੀ ਨਿਮਾਣੀ ਜਿਹੀ ਸਿਮਰਨ ਨੂੰ ਤੁਸੀਂ ਇੰਨਾ ਉੱਚਾ ਚੁੱਕਿਆ। ਨਹੀਂ ਜੀ, ਸ਼ੁਕਰੀਆ ਤੁਹਾਡਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਤੇ ਸਾਨੂੰ ਇੰਨਾ ਮਾਣ ਦਿੱਤਾ, ਇੰਨਾ ਪਿਆਰ ਦਿੱਤਾ। ਤੇ ਦੋਸਤੋ ਸ਼ੁਕਰੀਆ ਦਾ ਸਿਲਸਿਲਾ ਐਦਾਂ ਹੈਗਾ ਤੇ ਪੰਜਾਬੀ ਐਦਾਂ ਹੀ ਨਿਊਜ਼ ਫਰੇਮ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਫਿਰ ਤੋਂ ਧੰਨਵਾਦ ਕਰਦਾ ਤੇ ਮੈਂ ਤੁਹਾਡਾ ਆਪਣਾ ਕਰੁਣ ਅੱਜ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਅਗਲੀ ਵਾਰੀ ਕਿਸੇ ਨਵੇਂ ਕਲਾਕਾਰ ਨਾਲ ਕਿਸੇ ਨਵੇਂ ਸੱਭਿਆਚਾਰ ਦੇ ਮਾਲਕ ਨਾਲ ਤੁਹਾਡੀ ਦੁਬਾਰਾ ਮੁਲਾਕਾਤ ਕਰਾਵਾਂਗੇ। ਧੰਨਵਾਦ ਦੋਸਤੋ।